सगल द्वार को छाड़ के गहियो तोहारो द्वार। बाहें गहे की लाज अस गोविंद दास तोहार। मान टूट गया मेरा जी, मान टूट गया मेरा जी। मैं बिच में ना रही, मैं ता हो गया तेरा जी। मैं बिच में ना रही, मैं ता हो गया तेरा जी। मान टूट गया मेरा जी, मान टूट गया मेरा जी। मैं बिच में ना रही, मैं ता हो गया तेरा जी। हाँ मैं बिच में ना रही, मैं ता हो गया तेरा जी। मान टूट गया मेरा जी, मान टूट गया मेरा जी। मैं बिच में ना रही, मैं ता हो गया तेरा जी। हाँ मैं बिच में ना रही, मैं ता हो गया तेरा जी। परम सम्मान योग जुग जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी पर रहे हों, आओ सब तो पहला सतगुरु जी की बख्शिश दोहराइए। जिथों तक भी आवाज़ पहुँचती है, सब संगत माई भाई दोवें हाथ जोड़ के गुरु ग्रंथ साहिब जी नूं सीस झुका के अपनी रसना सफल करियो। प्यार सत्कार दे नाल सब माई भाई आखो वाहिगुरु जी का खालसा वाहिगुरु जी की फतेह। कि अज दे समय विच ये देखिया है कि दुनिया पढ़ जाती है, नौकरी भी कई कर लेंदे है, घर भी बना लेंदे है, जमीन जायदाद बना लेंदे ने, पर गुरु वाले नहीं बनते गुरुमुख। ते सच्ची गल ये है, जो मर्जी करी जाओ, गुरु तो बिना गति होनी ही नहीं। आखो सतनाम। मनो भावें ना मनो, ये मर्जी थोड़ी, पर सच्ची गल है गुरुमुख। जिउंदे जिउंदे ये भी अपना फर्ज जरूर निभाओ गुरुमुख। भावें कोई हिंदू है, भावें कोई मुसलमान है, भावें कोई सिख है, या जेड़े मर्जी धर्म विच है, उन्होंने अपने धर्म विच परिपक्क होना चाहिए। धन बाबा नंद सिंह जी महापुरुष नानक सर करेला वाले बचन करते हुंदे, कहंदे चाहिदा तां इह है कि जदों बच्चा घर विच जन्म लैंदा है, उन्होंने गुड़ती हुई अमृत दी होवे गुरु। की पता उन्हें 2 दिन 4 दिन साल 2 साल रहना है या नहीं रहना। सो सिख परिवार में जेड़े जन्मे हो, जदों भी बच्चा जन्मे लड़के दे नाम मगर सिंह जरूर लाउणा है। लड़की जन्मे
ਤੇ ਨਾਮ ਦੇ ਮਗਰ ਕੌਰ ਸ਼ਬਦ ਜ਼ਰੂਰ ਲਾਉਣਾ। ਕੌਰ ਤੋਂ ਭਾਵ ਵੀ ਮਹਾਰਾਜ ਦਾ ਪਿਆਰਾ ਪੁੱਤਰ ਹੁੰਦਾ ਹੈ। ਅੱਗੇ ਰਾਜਿਆਂ ਦੇ ਜਿਹੜੇ ਪੁੱਤਰ ਹੁੰਦੇ ਨਾ, ਉਹਨਾਂ ਨੂੰ ਕੋਇਰ ਆਖਿਆ ਜਾਂਦਾ ਸੀ, ਫਲਾਣਾ ਰਾਜ ਕੋਇਰ। ਤੇ ਮਹਾਰਾਜ ਕਹਿੰਦੇ ਧੀਆਂ ਵੀ ਮੇਰੇ ਪਿਆਰੇ ਪੁੱਤਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨਾ ਮਾਣ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਿੱਖ ਪਰਿਵਾਰਾਂ ਵਿੱਚ ਜਿਹੜੇ ਜਨਮੇ ਹੋ ਭਾਈ, ਜਾਂ ਬਾਕੀ ਵੀ ਕੋਈ ਵੀ ਧਰਮ ਦਾ ਗੁਰੂ ਘਰ ਦੇ ਲੜ ਕੋਈ ਵੀ ਲੱਗ ਸਕਦਾ, ਕਿਉਂਕਿ ਇੱਥੇ ਕੋਈ ਵਿਤਕਰਾ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇਹਨਾਂ ਅੱਗੇ ਆਪਣਾ ਸਿਰ ਝੁਕਾਉਣਾ ਗੁਰਮੁਖ। ਤੇ ਜਦੋਂ ਇਹਨਾਂ ਨੂੰ ਮੱਥਾ ਟੇਕਦੇ ਹੋ ਉਦੋਂ ਇਹ ਵੀ ਸਮਝ ਲਿਆ ਕਰੋ, ਬਾਣੀ ਵਿੱਚ ਲਿਖਿਆ ਗੁਰਦੇਵ ਮਾਤਾ ਗੁਰਦੇਵ ਪਿਤਾ। ਕਈ ਵਾਰੀ ਇਹ ਵੀ ਹੁੰਦਾ ਜਦੋਂ ਕੋਈ ਪ੍ਰਚਾਰਕ ਕਹਿੰਦਾ ਨਾ ਵੀ ਜੇ ਸਿਰ ਝੁਕੇ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ, ਉਹ ਫਿਰ ਬਾਕੀਆਂ ਦਾ ਵੀ ਭੁੱਲ ਜਾਂਦੇ ਆ ਸਤਿਕਾਰ। ਮਹਾਰਾਜ ਦੀ ਬਾਣੀ ਪੜ੍ਹਨ ਵਾਸਤੇ ਹੈ, ਸਮਝਣ ਵਾਸਤੇ ਹੈ। ਸਤਿਗੁਰ ਕਹਿੰਦੇ ਇਹ ਇਨਸਾਨ ਸਭ ਤੋਂ ਪਹਿਲਾਂ ਪਰਮਾਤਮਾ, ਫਿਰ ਜੇ ਕੋਈ ਸੰਸਾਰ ਵਿੱਚ ਤੇਰਾ ਗੁਰੂ ਹੈ ਤੇ ਉਹ ਹੈ ਮਾਂ, ਗੁਰਦੇਵ ਮਾਤਾ, ਗੁਰਦੇਵ ਪਿਤਾ, ਪਿਤਾ ਵੀ ਗੁਰੂ। ਤੇ ਮੇਰੇ ਸਤਿਗੁਰ ਨੇ ਇਹ ਵੀ ਕਿਹਾ ਗੁਰਦੇਵ ਸੁਆਮੀ ਪਰਮੇਸ਼ਰਾ। ਜਦੋਂ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ, ਉਦੋਂ ਪਹਿਲਾਂ ਆਉਂਦਾ ਇਹ ਬਚਨ। ਮਹਾਰਾਜ ਕਹਿੰਦੇ ਜਿੱਥੇ ਗੁਰੂ ਪਰਮੇਸ਼ਰ ਸੁਆਮੀ ਤੇਰਾ ਮਾਲਕ ਹੈ, ਗੁਰੂ ਹੈ, ਮਾਤਾ ਪਿਤਾ ਵੀ ਗੁਰੂ ਨੇ ਭਾਈ, ਕਿਉਂਕਿ ਇਹਨਾਂ ਕੋਲੋਂ ਤੈਨੂੰ ਸੰਸਾਰ ਦਾ ਗਿਆਨ ਹੋਇਆ ਤੇ ਗੁਰੂ ਕੋਲੋਂ ਤੈਨੂੰ ਨਿਰੰਕਾਰ ਦਾ ਗਿਆਨ ਹੋਇਆ। ਆਖੋ ਸਤਨਾਮ। ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਨਾ, ਮਾਂ ਦੇ ਸਰੀਰ ਤੋਂ ਉਹਦਾ ਸਰੀਰ ਤਿਆਰ ਹੁੰਦਾ ਹੈ। ਤੇ ਜਿਹੇ ਜੇ ਮਾਂ ਦੇ ਖਿਆਲ ਨੇ, ਮਾਂ ਦਾ ਸੁਭਾਅ ਹੈ, ਮਾਂ ਗਰਭ ਅਵਸਥਾ ਦੇ ਸਮੇਂ ਜੋ ਕੁਝ ਸੁਣਦੀ ਹੈ, ਦੇਖਦੀ ਹੈ, ਉਹੇ ਜਿਹਾ ਬੱਚੇ ਤੇ ਅਸਰ ਹੁੰਦਾ ਗੁਰੂ। ਪਰ ਇਹ ਵੀ ਯਾਦ ਰੱਖੀਏ ਕਿ ਜਦੋਂ ਮਾਂ ਦੇ ਪੇਟ ਵਿੱਚ ਸਾਂ ਆਪਾਂ ਸਾਰੇ, ਉਦੋਂ ਗੁਰਮੁਖੋ ਪੁੱਠਾ ਲਮਕਦਾ ਹੁੰਦਾ ਬੱਚਾ। ਪਰ ਸਵਾਸ ਸਵਾਸ ਜਿਹੜੀ ਸਾਡੀ ਸੁਰਤੀ ਹੈ, ਇਹ ਪਰਮੇਸ਼ਰ ਨਾਲ ਜੁੜੀ ਹੁੰਦੀ ਹੈ, ਕਿਉਂਕਿ ਸੰਸਾਰ ਦਾ ਗਿਆਨ ਨਹੀਂ ਹੁੰਦਾ। ਮਾਂ ਦੇ ਪੇਟ ਵਿੱਚ ਬੱਚੇ ਦਾ ਸਰੀਰ ਤਿਆਰ ਹੁੰਦਿਆਂ ਗੁਰਮੁਖ ਪਿਆਰਿਓ 6 ਮਹੀਨੇ ਲੱਗਦੇ ਆ। ਵੈਸੇ ਤਾਂ 9 ਤੋਂ 10 ਲੱਗਦੇ ਆ ਜਨਮ ਹੋਣ ਤੱਕ, ਪਰ ਬਾਬਾ ਫਰੀਦ ਜੀ ਮਹਾਂਪੁਰਸ਼ਾਂ ਦਾ ਬਚਨ ਪੜੋ, ਉਹ ਕਹਿੰਦੇ ਨੇ ਗੰਢੇਂਦਿਆਂ 6 ਮਾਹ। ਕਹਿੰਦੇ ਇਨਸਾਨ ਤੇਰਾ ਸਰੀਰ ਮਾਂ ਦੇ ਸਰੀਰ ਵਿੱਚ ਤਿਆਰ ਹੁੰਦਾ ਰਿਹਾ, ਪਰ ਜਦੋਂ ਸਵਾਸ ਜੁੜੇ ਨਾ ਸਰੀਰ ਦੇ ਨਾਲ, ਉਹ 6 ਮਹੀਨੇ ਲੱਗ ਗਏ। 6ਵੇਂ 7ਵੇਂ ਮਹੀਨੇ ਮਾਂ ਦੇ ਢਿੱਡ ਵਿੱਚ ਬੱਚਾ ਜੋ ਹੁੰਦਾ ਉਹਦੇ ਸਵਾਸ ਚੱਲਣ ਲੱਗਦੇ ਆ, ਪਹਿਲਾਂ ਨਹੀਂ ਹੁੰਦੇ ਗੁਰਮੁਖ। 6ਵੇਂ ਮਹੀਨੇ ਜਾ ਕੇ ਗੰਢੇਂਦੇ ਆ 6 ਮਾਹ। ਪਰ ਕਹਿੰਦੇ ਯਾਦ ਰੱਖੀ, ਸਰੀਰ ਦੇ ਵਿੱਚ ਸਵਾਸ ਚੱਲਣ ਤੱਕ ਤਾਂ 6 ਮਹੀਨੇ ਲੱਗ ਗਏ, ਪਰ ਜਿੱਦੇ ਇਹ ਨਾਤਾ ਟੁੱਟਣਾ ਇੱਕ ਖਿਣ ਵੀ ਨਹੀਂ ਲੱਗਣਾ। ਆਖੋ ਸਤਨਾਮ। ਗੰਢੇਂਦੇ ਆ 6 ਮਾਹ, ਤੁੜੰਦੇ ਆ ਇੱਕ ਖਿਣੋ, ਇੱਕ ਛਿਨ ਵਿੱਚ ਟੁੱਟ ਜਾਣੇ ਆ। ਪਰ ਜੋ ਅਰਜ ਕਰ ਰਹੇ ਆ, ਮਾਂ ਗੁਰੂ ਹੈ ਬੱਚੇ ਦਾ, ਮਾਂ ਦੇ ਜਿਹੇ ਜੇ ਖਿਆਲ ਨੇ ਉਹੇ ਜੇ ਬੱਚੇ ਦੇ ਖਿਆਲ ਹੋਣਗੇ। ਜੋ ਮਾਂ ਗਰਭ ਅਵਸਥਾ ਦੇ ਸਮੇਂ ਸੁਣਦੀ ਹੈ, ਵੇਖਦੀ ਹੈ, ਉਹੇ ਜਿਹਾ ਬੱਚੇ ਦਾ ਮਨ ਬਣੂਗਾ। ਤੇ ਖਾਸ ਕਰਕੇ ਮਾਈਆਂ ਨੂੰ ਪਹਿਲਾਂ ਹੀ ਬੇਨਤੀ ਕਰਦੇ ਆ, ਬੀਬੀਓ, ਹਰ ਸਿਆਣੇ ਪੁਰਸ਼ ਦਾ ਇਹ ਕਹਿਣਾ ਹੈ ਕਿ ਕੋਈ ਵੀ ਪਰਿਵਾਰ ਜਦੋਂ ਤਰੱਕੀ ਕਰਦਾ ਹੈ ਨਾ, ਉਹਦੇ ਵਿੱਚ ਕਿਸੇ ਮਹਾਨ ਔਰਤ ਦਾ ਯੋਗਦਾਨ ਜ਼ਰੂਰ ਹੁੰਦਾ। ਉਹ ਚਾਹੇ ਮਾਂ ਹੋਵੇ, ਭੈਣ ਹੋਵੇ, ਪਤਨੀ ਹੋਵੇ, ਜਾਂ ਕੋਈ ਹੋਰ ਰਿਸ਼ਤਾ ਗੁਰੂ। ਤੇ ਤੁਸੀਂ ਆਪੋ ਆਪਣੇ ਫਰਜ਼ਾਂ ਨੂੰ ਪਛਾਣੋ। ਜਦੋਂ ਵੀ ਬੋਲੋ ਚੰਗਾ ਬੋਲੋ, ਕਰਮ ਕਰੋ ਤਾਂ ਵੀ ਚੰਗਾ ਕਰੋ ਭਾਈ। ਭਾਈਆਂ ਨੂੰ ਵੀ ਬੇਨਤੀ ਹੈ, ਆਪਾਂ ਵੀ ਆਪਣੇ ਫਰਜ਼ ਪਛਾਣੀਏ।
कई बारी कहने आ भी पति परमेश्वर हुंदा है, बीबियां कहदियां जी तुसीं कह तां दिंदे हो, पर जिहड़े रोज़ दारू पी के आउंदे आ, नशे करदे आ, फिर बोलण दा ही नहीं पता लगदा भी धी नूं की कह रहे आ, पत्नी नूं की कह रहे आ, ना माँ भैण दी शर्म। हुण उन्हां नूं असीं पति परमेश्वर किवें मन लईए? गुरु दे दर ते बैठे आ, गुरमुखो गुस्सा नहीं करना, समझना इन्हां गल्लां नूं। जो मान साडे गुरुआं ने, महापुरुषां ने, संतां ने सानू दिता है, आपां उस मान नूं भी संभालीए। आखो सतनाम श्री वाहिगुरू। ते जे किते इहो जिहा माहौल बन भी जावे ना, क्योंकि संगत दा असर हुंदा है, कई बारी समय दा भी चक्कर हुंदा गुरमुखो। पिछे जिहड़े कर्म कीते हुंदे है ना, वो समय नाल भारू पै जांदे आ गुरु। पर जे किते इहो जिहा माहौल बन जे, किसे हसदे वसदे घर विच फर्क पै जे, नशा पत्ता आ जे जां माड़े कर्म होण लग जाण, तां कोशिश करो गुरमुखो उहनूं प्यार नाल समझा के मसला ठीक कीता जावे। हाँ, जे कोई नहीं मनदा फिर जुगत डंडा प्रतीत भी करनी पैंदी है। गुरु नानक तो लैके पंचम पातशाह तक हथ बन बन के बेनतियां कीतियां भी राजिओ, जुल्म करन वालिओ टिक जो, जुल्म ना करो। जदों तुसीं कोई वचन गलत कहने हो, संसार दा नुकसान हुंदा है। नहीं मन्ने तां छेवें पातशाह नूं फिर तलवार चुकनी पई। आखो सतनाम श्री वाहिगुरू। फिर भी कुछ समा प्यार नाल समझाया। सतवें पातशाह वेले, अठवें पातशाह वेले, नौवें पातशाह गुरु तेग बहादुर साहब तक निमरता ही रखी। इत्थों तक औरंगजेब जुल्म करन लग गया, आपदियां नूं भी नहीं बख्शिया। पुत भरा कतल कराते, हिंदुआं दे मंदिर ढाते। गुरु तेग बहादुर महाराज गए तां सी समझाउण भी जिवें तैनूं अपना धर्म प्यारा है भाई, उवें सब नूं ही अपना धर्म प्यारा है, जुल्म ना करिया कर। पर उन्हें गुरु तेग बहादुर जी नूं ही दिल्ली दे चांदनी चौक विच बिठा के 11 नवंबर 1675 ईस्वी नूं शहीद करता गुरुमुख। तां जाके फिर 10वें पातशाह कहंदे मर्दां दे ताईं कौमां दी तकदीर बनाउणी पैंदी है। जद हद जुल्म दी हो जावे फिर माला रख के ते सज्जणों शमशीर उठाउणी पैंदी। कहंदे हुण निमरता नाल जालम ने मित नहीं होना। आखो सतनाम। कई बारी मजबूरी बन जाती है, हुंदा है। तुसीं गृहस्थी बैठे हो, हुंदा कई बारी जदों कोई समझाया तो ना ही समझे, फिर जुगत डंडा प्रतीत करनी पैंदी है। घरां विच बच्चे ने, जदों इन्हां नूं स्कूल भेजदे हो, माँ कहूगी लै पुत्त पढ़ाई चंगी हुंदी है, तू पढ़ लै कुछ बन जाएगा। पढ़ाई बारे भी बेनती करदे आ, कई तां चंगे इंसान बनने नूं पढ़दे है, कई सिर्फ ये पढ़ते हैं भी पढ़ लिख के कोई नौकरी लग जाएंगे। देखो मालिक बनना सीखो गुरमुख। जे पढ़ाई सिर्फ नौकरी तक सीमित रखोगे ना, फिर नौकरी पैदा होणगे, मालिक नहीं बन सकते। आखो सतनाम। हुण तां खास करके पंजाब विच, थोड़ा बहुता हरियाणे च जां होरां राज्यां विच भी हो गया। कहते पढ़ लो, जदों बच्चा 12 को पढ़ गया आईलैट्स करा दो, बाहर भेज दो बस। बुरा तो मनायो ना, कईयां दियां मजबूरियां भी हुंदियां जाना, पर ज़्यादातर जाके उत्थे नौकरियां करदे आ, ते नौकरियां भी इहो जिहियां भैड़ियां घरां च दस नहीं सकदे असीं करदे की आ गुरु। ते जे अपना हाल देखो, अगे जे पुछदे ना भी SSP कौन है, फलाना महेंद्र सिंह, DGP कौन है, सरदार चढ़त सिंह, इदां दे। ते हुण अपने बच्चे पढ़ के अफसर बन नहीं रहे, ते बाहर ले आके साडे सिरां ते बैठे आ। आखो सतनाम। फिर कहने आ सानू इंसाफ नहीं मिलता गुरु। असल विच जो गुरु साहिबाना ने सानू मत दिती सी ना, असीं ओह भुल गए गुरु। गुरु ग्रंथ साहिब नूं सिर्फ विआह शादी वेले, गमी वेले, दुख वेले पाठ प्रकाश करा लो, मत्था टेको, देगा करवाओ, अरदासां कराओ, इन्हां कम्मां लई वरतन जोगे रह गए।
पर बाणी नूं पढ़ के विचारिया नहीं। कोशिश करिया करो, गुरबाणी पढ़िए, अपना इतिहास पढ़िए, ते जो सच्चे पातशाह ने सानू बनाउणा चाहिए वो बनने की कोशिश करिए। गुरमुखो मां बारे बेनती कर रहा सा, मामा कहंदियां बच्चियां नूं समझाउणगियां भी पढ़ लो, पढ़ाई चंगी हुंदी है, पर जे ना मन्ने फिर कहणगियां लै पुत्त मैं तैनूं परौंठा बना देनी है, लै मैं तैनूं टॉफियां लै देनी है, कोई नहीं तू स्कूल जा, जदों नूं आएगा ना मैं तैनूं बाजार चों ठेला लिया के देऊँ, तैनूं डड्डू कछू लिया के देऊँ रबड़ दा। जे फिर भी ना मन्ने वो तो घंटा मिन्नतां करू, आप खड़े ही कह दिंदे मैं नहीं जांदा। फिर तुहानूं पता ही है, एक मारदी है मां कन्न ते चपेड़, टॉफी दी भी लोड़ नहीं, गोदी दी भी लोड़ नहीं, रोंदा रोंदा ही स्कूल जांदा है। गुरमुखो ये हुंदा है। गुरु साहिबाना ने भी प्यार नाल बेनती कीती, कहंदे करो बेनंती सुनो मेरे मीता, संत टहल की बेला, इहां खाट चलो हर लाहा, आग्या बसन सुहेला। गुरु अर्जन देव साहब कहंदे मैं बेनती करदा कि आ जिहड़ा मनुख बना के परमात्मा ने तुहानूं भेजिया ना भाई, ये सेवा करो, संतां दी संगत करो, बाणी पढ़ो, भजन सिमरन करो, ये समय लाहा खट्टो ताकि आउण वाला समा सौखा हो जे। जिहड़े ना मन्ने फिर उन्हां नूं लालच भी दिता, चार पदार्थ जे को मांगै साध जना की सेवा लागै, जे को अपना दुख मिटावै हर हर नाम हृदय सद गावै। सतगुर कहते जे कोई दुनिया दे पदार्थ चाहुंदा है ना, वो भाई साधुआं दी सेवा च लग जाओ। जे कोई अपना दुख मिटाउणा चाहुंदा है तो फिर नाम जपना शुरू कर दो। जे को अपना दुख मिटावै हर हर नाम हृदय सद गावै। ते आपां कई बारी कहने आ भी चंगे कपड़े पा लो, चंगा खाना खा लो, चंगे घर बना लो, दुख घट जूगा। ये तो शरीरक सुखां दे साधन है, असल विच दुखी तो साडा मन हुंदा है। गुरमुखो ठीक है, ये नहीं कहंदे भी ना बनाओ, चंगे घर बनाओ, सोहने कपड़े पाओ, चंगा खाना खाओ, बच्चों नूं पढ़ाओ लिखाओ, पर जे मन की शांति मन का सुख चाहुंदे हो वो तो वाहिगुरू का भजन करन नाल ही मिलना है। आखो सतनाम। सतगुर का फैसला है, जे को अपना दुख मिटावै हर हर नाम हृदय सद गावै। कहंदे वाहिगुरू का नाम जपो। हिंदू है राम राम कहन, मुसलमान है अल्लाह अल्लाह कहन, सिख है गुरबाणी पढ़न। जे बाणी नहीं भी पढ़ सकते तो वाहिगुरू वाहिगुरू जरूर जपना है भाई, क्योंकि वाहिगुरू साडा गुरमंत्र है। ते महाराज कहंदे जेड़ा बंदा गुरमंत्र नहीं जपदा, पता उहदा हाल की हुंदा है। गुरमंत्र हीनस जो प्राणी, त्रिगंत जन्म भ्रष्टन है, कुकर है, सूकर है, गर्भन है, तुलखल है, सरपन है। महाराज कहंदे जेड़ा बंदा गुरमंत्र नहीं ना जपदा, वो सूर, कुत्ता, गधा, सप, जूआ यह जिहियां जूनां च पैंदा है। गुरमुख प्यारे, इस करके भजन जरूर करिया करो। ते जेड़ा भजन है ये नाले तां संसारक सुख दिंदा है, नाले तुहानूं पता है आउण वाली जमां दी फाही भी कट्टी जांदी है। पुछो सतगुरु नामदेव जी नूं, वो कहंदे ने मन मेरो गज, जिहबा मेरी काती, मप मप काटो जम की फांसी। कहाँ करो जाति, कहाँ करो पाती, राम का नाम जपो दिन राती। कहंदे की करूँ मेरी जात, की हो गया जे लोग इज्जत नहीं करते ना करन, पर मैं अपने मन नूं गज बना लिया, जीभा नूं बना लिया कैंची। मैं रिश्ते नहीं तोड़दा, मैं नाम जप जप के आउण वाली जमां दी फाही नूं कटदा। आखो सतनाम। इस करके भाई नाम दी महिमा, जे को अपना दुख मिटावै हर हर नाम हृदय सद गावै। जे को अपनी शोभा लोरै, साध संग यह हौमै शोरै। कहंदे जे कोई चाहुंदा है ना मेरी शोभा होवे तां हौमै छड्ड दिओ। ते असल विच अजकल हौमै ही वधी होई है। आखो सतनाम।
सतगुर कहंदे हौमै छड्ड निमरता विच आ जा, जे कुछ लाहा खटना है तां। हंस भी जे मान सरोवर ते चलिया जावे, जे ऐ धौन उच्ची चक के खड़ा रवे, कख नहीं पल्ले पैंदा। ਉਹਨੂੰ भी सिर नीवा करके चुंझ पानी च पाउणी पैंदी है, तां जाके कुछ लभदा गुरमुखो। ते साडे विचों हौमै निकली होई नहीं। असीं दूजियां च दोष कढ कढ के, दूजियां विचों घाटा कढ कढ के उन्हां नूं दबाउणा चाहुंदे आ गुरमुखो। ऐदां नहीं मन वधदा हुंदा। सतगुर तो पुछो, महाराज कहंदे जे को अपनी शोभा लोरै, साध संग यह हौमै शोरै। जे को जन्म मरण ते डरै, साध जना की शरणी परै। कहंदे जे तैनूं जन्म मरण दा भी डर लगदा है ना, भी मैं बार बार जम्मा ना मरा ना, तां तू भाई साधुआं दी शरण विच आ जा। साधु भी ਉਹਨੂੰ कहा जिन्हें अपना जीवन साधिया होवे गुरमुखो। वो कोई खेती करने वाला भी हो सकता है, घर विच बैठी माँ, घर विच बैठी दादी भी साधु हो सकती है, घर विच बैठा नाना, घर विच बैठा दादा भी साधु हो सकता है। बड़े ने ऐसे जिन्हां दी संगत करके कई तर गए। बाकी मनण दी गल है, जे मनना ही नहीं तो भाई फिर तो तुहानूं पता नरक तां तैयार ही है। मन्नीए भी आपां। महाराज कहंदे जे को जन्म मरण ते डरै, साध जना की शरणी परै। जिस जन को प्रभ दर्श प्यासा, आ सब तो वड्डी गल है। कहंदे जेड़े जीव नूं, जिस सेवक नूं प्रभु दे गुरु दे दर्शनां दी आस है, ਉਹਨੂੰ पता की कर लेता है। महाराज कहंदे नानक ताको बल बल जासा। गुरु महाराज कहंदे मैं भी वो तो बलिहार जाना जिन्हों गुरु दे दर्शनां दी आस है। ते गुरु दे दर्शनां दी आस वाला कोई बिरला ही रहूगा, गुरु कोई बिरला ही होना है। ते नहीं तां संसारक सुख, ਧੀਆਂ ਪੁੱਤ, घर बार सानू चाहिदा है, सानू मालक नहीं चाहिदा। आखो सतनाम। कोई परिवार हो जिथे मालक की कदर होवे, नहीं तो देख लो जदों बच्चे हो जाते हैं ना बड़े, कई तो बजुर्गों नूं भी ठेडे मारदे, आखणगे तुसीं की कीता। वो कदे ये भी मालक सी। याद रखिया करो बाबा फरीद जी का बचन। बाबा फरीद जी कहंदे ने, जिस आसन हम बैठे केते बैस गया। जेड़े आसन ते अज तू है ना, जिस उम्र विच तू है, जिस अहुदे ते तू है, इत्थे कई बह बह के तुर गए प्यारिया। इस करके निमरता विच आ जा। लो बोलियो सारे। फल नीवें रुखां नूं लगदे, उच्चा हो के मान ना करी। फल नीवें रुखां नूं लगदे, उच्चा हो के मान ना करी। फल नीवें रुखां नूं लगदे, उच्चा हो के मान ना करी। फल नीवें रुखां नूं लगदे, उच्चा हो के मान ना करी। फल नीवें रुखां नूं लगदे, उच्चा हो के मान ना करी। फल नीवें रुखां नूं लगदे, उच्चा हो के मान ना करी। फल नीवें रुखां नूं लगदे, फल नीवें रुखां नूं लगदे, उच्चा हो के मान ना करी। फल नीवें रुखां नूं लगदे, फल नीवें रुखां नूं लगदे, उच्चा हो के मान ना करी। फल नीवें रुखां नूं लगदे, फल नीवें रुखां नूं लगदे, उच्चा हो के मान ना करी। फल नीवियां रुखां नूं गुरमुखो फल लगदे है। उच्चा हो के कदे भी मान नहीं करना चाहिए। हाँ जे मालक ने दातां दित्तियां, सब कुछ हैगा, तां भी भाई अपने मालक दी शरण विच आ जा। आखो सतनाम। ते अज साडा गुरु, साडा मालक पता कौन है? गुरबाणी। गुरु बाणी, गुरु गुरु है बाणी। तीसरे पातशाह गुरु अमरदास महाराज 515 अंग के उपर एक बचन लिख के गए।
बचन तो बहुत ने, पर ये गुरु की महिमा। महाराज कहते ने सलोक महला तीजा, ये तो भाव हुंदा भी किहड़े पातशाह की बाणी है, टकाना किहड़ा सी, महला किहड़ा सी, शरीर किहड़ा सी। इनू महिला ना कहा करो, महला टकाना। कहते ने वाहो वाहो बाणी निरंकार है, तिस जेवड़ अवर न कोई। ऐ गुरसिखा, ਜਿਹਦੇ ਨਿਰੰਕਾਰ ਨੂੰ ਦੁਨੀਆ ਲੱਭਦੀ ਹੈ ਨਾ, ਰੱਬ ਨੂੰ ਕਹਿ ਲੋ, ਖੁਦਾ ਨੂੰ ਕਹਿ ਲੋ, ਗੋਡ ਨੂੰ ਕਹਿ ਲੋ, ਉਹ ਕਿਤੇ ਹੋਰ ਨਹੀਂ। ਸਤਿਗੁਰ ਕਹਿੰਦੇ ਬਾਣੀ ਹੀ ਨਿਰੰਕਾਰ ਹੈ। ਆਖੋ ਸਤਨਾਮ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਇਹਦੇ ਬਰਾਬਰ ਹੋਰ ਕੋਈ ਨਹੀਂ। ਜੇ ਸੰਸਾਰੀ ਤੌਰ ਤੇ ਵੇਖ ਲਓ, ਦੁਨੀਆ ਵਿੱਚ ਬਹੁਤ ਵੱਡੇ ਵੱਡੇ ਗ੍ਰੰਥ ਪਏ ਆ ਗੁਰਮੁਖੋ। 8-8 ਕੁਆਂਟਲ ਦੇ ਵੀ ਦਰਖਤ ਪਏ ਨੇ ਗ੍ਰੰਥ। ਸੰਵਿਧਾਨ ਵੀ ਲਿਖਿਆ ਹੈ, ਗੀਤਾ ਵੀ ਹੈ, ਬਾਈਬਲ ਵੀ ਹੈ, ਕੁਰਾਨ ਵੀ ਹੈ, ਹੋਰ ਵੀ ਬੜੇ ਧਰਮਾਂ ਦੇ। ਪਰ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਹੈ। ਜੇ ਗੁਰੂ ਦਾ ਦਰਜਾ ਮਿਲਿਆ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ। क्योंकि सर्व सांझी वालता की गल है। सारिया भाषावां तुहानूं मिल जाणगियां, बहुत कुछ है इहदे खोजण की लोड़ है। एक एक अखर विच बहुत कुछ है। ते महाराज कहंदे तिस जेवड़ अवर ना कोई, इहदे जिड्डा वड्डा होर कोई है ही नहीं। वाहो वाहो अगम अथाहो है, वाहो वाहो सच्चा सोए। जिहड़ी गुरबाणी विच गल कीती, ख्याल कह लो, ज्ञान कह लो, ਉਹ ਹੈ ਉਸ ਅਕਾਲ ਪੁਰਖ ਦਾ ਗੁਰੂ। ਅਗੰਮ ਤੋਂ ਭਾਵ ਹੁੰਦਾ ਜਿਹੜਾ ਸਾਡੀ ਪਹੁੰਚ ਤੋਂ ਦੂਰ ਹੋਵੇ, ਤੇ ਜਿਹੜਾ ਵਾਹਿਗੁਰੂ ਪਰਮਾਤਮਾ ਸਾਡੀ ਪਹੁੰਚ ਤੋਂ ਬਹੁਤ ਦੂਰ ਹੈ। ਜਦੋਂ ਬਾਣੀ ਪੜੋਗੇ, ਇਹ ਬਾਣੀ ਨੇ ਤੁਹਾਡੇ ਅੰਦਰੋਂ ਹੀ ਦਰਸ਼ਨ ਕਰਾ ਦੇਣੇ ਆ। ਆਖੋ ਸਤਨਾਮ। ਵਾਹੋ ਵਾਹੋ ਸੱਚਾ ਸੋਏ, ਸ਼ਾਬਾਸ਼ ਉਸ ਸੱਚੇ ਵਾਹਿਗੁਰੂ ਨੂੰ। ਵਾਹੋ ਵਾਹੋ ਬੇਪਰਵਾਹ ਹੈ, ਵਾਹੋ ਵਾਹੋ ਕਰੇ ਸੋ ਹੋਏ। ਉਹ ਵਾਹਿਗੁਰੂ ਪਰਮਾਤਮਾ ਬੇਪਰਵਾਹ ਹੈ। ਜਦੋਂ ਉਹਨੇ ਕੋਈ ਕਾਰਜ ਕਰਨਾ ਪਰਵਾਹ ਨਹੀਂ ਕਰਦਾ। ਆਪਾਂ ਤਾਂ ਕਈ ਵਾਰੀ ਕੋਈ ਧੀ ਹੈ, ਪੁੱਤ ਹੈ, ਨੂੰਹ ਹੈ, ਕੋਈ ਵੀ ਰਿਸ਼ਤਾ ਹੋਵੇ, ਉਹ ਗਲਤੀ ਕਰੇ, ਸਜ਼ਾ ਦੇਣ ਵੇਲੇ ਕਈ ਵਾਰੀ ਤਰਸ ਕਰ ਲੈਂਦੇ ਆ ਨਾ। ਰੱਬ ਨਹੀਂ ਇਦਾਂ ਕਰਦਾ। ਉਹਨੇ ਤਾਂ ਤੇਰੇ ਕੀਤੇ ਕਰਮਾਂ ਦਾ ਫਲ ਦੇਣਾ ਹੀ ਦੇਣਾ। ਆਖੋ ਸਤਨਾਮ। ਤੇ ਜੇ ਗੁਰੂ ਘਰ ਆਉਨੇ ਆ, ਇਹ ਵੀ ਸੱਚੀ ਗੱਲ ਸਮਝ ਲਿਓ। ਜੇ ਤੁਹਾਨੂੰ ਲੱਗਦਾ ਵੀ ਇਕੱਲੇ ਮੱਥੇ ਟੇਕ ਕੇ ਗੁਰੂ ਸਾਹਿਬ ਸਾਡੇ ਗੁਨਾਹ ਬਖਸ਼ ਦੇਣਗੇ, ਇਹ ਵੀ ਆਪਣਾ ਭੁਲੇਖਾ ਹੀ ਹੈ। ਪੜੋ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦਾ ਜੀਵਨ। ਸਕਾ ਪੁੱਤ ਨਹੀਂ ਬਖਸ਼ਿਆ, ਆਪਾਂ ਕੀ ਲੱਗੇ। ਆਖੋ ਸਤਨਾਮ। ਉਹ ਤਾਂ ਮਹਾਰਾਜ ਕਹਿੰਦੇ ਜਾਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਕਹਿੰਦੇ ਜਿਹੜਾ ਸਿੱਖ ਬਾਣੀ ਦਾ ਅਦਬ ਨਹੀਂ ਨਾ ਕਰਦਾ, ਗੁਰੂ ਦੇ ਕਹੇ ਹੋਏ ਬਚਨ ਨਹੀਂ ਮੰਨਦਾ, ਸਤਿਗੁਰ ਕਹਿੰਦੇ ਸਾਡਾ ਕੁਛ ਨਹੀਂ ਲੱਗਦਾ। ਮੱਥੇ ਹੀ ਨਹੀਂ ਲਾਇਆ ਰਾਮ ਰਾਏ ਨੂੰ। ਪੜ੍ਹਦੇ ਹੀ ਹੋ ਇਤਿਹਾਸ। ਇਸ ਕਰਕੇ ਭਾਈ ਠੀਕ ਹੈ, ਦੇਗਾ ਕਰਵਾਓ, ਰੁਮਾਲਾ ਸਾਹਿਬ ਚੜਾਓ, ਮਾਇਆ ਅਰਦਾਸ ਕਰਾਓ। ਅਸੀਂ ਨਹੀਂ ਕਹਿੰਦੇ ਨਾ ਕਰਾਓ, ਕਰੋ ਜਿੰਨੀ ਸੇਵਾ ਹੈ। ਇਹਦੇ ਨਾਲ ਜਿੰਨੀ ਸੇਵਾ ਕਰੋਗੇ ਤੁਹਾਨੂੰ ਸੁੱਖ ਮਿਲੂ। ਪਰ ਜਿਹੜਾ ਸਤਿਗੁਰ ਦਾ ਪਿਆਰ ਹੈ, ਗੁਰੂਆਂ ਦੀ ਬਖਸ਼ਿਸ਼ ਹੈ, ਇਹ ਤਾਂ ਮਿਲੂ ਜੇ ਗੁਰੂ ਦੇ ਬਚਨ ਮੰਨਾਂਗੇ। ਆਖੋ ਸਤਨਾਮ। ਤੇ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਕਿਸੇ ਦਾ ਮੁਹਤਾਜ ਨਹੀਂ ਹੈ। ਵਾਹੋ ਵਾਹੋ ਬੇਪਰਵਾਹ ਹੈ, ਵਾਹੋ ਵਾਹੋ ਕਰੇ ਸੋ ਹੋਏ। ਜੋ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਭਾਈ। ਆਪਾਂ ਲੱਖਾਂ ਕੋਸ਼ਿਸ਼ਾਂ ਕਰ ਲਈਏ, ਚਾਹੁੰਦੇ ਤਾਂ ਹੁਣ ਸਾਰੇ ਹੀ ਆ ਵੀ ਅੱਜ ਹੀ ਆਪਾਂ ਵੀ ਵੱਡੇ ਵੱਡੇ ਅਹੁਦੇ ਲੈ ਲਈਏ। ਹਰੇਕ ਚਾਹੁੰਦਾ ਸਾਰੇ ਸੁੱਖ ਮੇਰੇ ਕੋਲੇ ਹੋਣ, ਪਰ ਜਿਹੜਾ ਕੋਈ ਭਾਈ ਚੰਗਾ ਕਰਮ ਕੀਤਾ ਹੁੰਦਾ ਉਹਨੂੰ ਅਹੁਦੇ ਮਿਲ ਜਾਂਦੇ ਐ। ਤੇ ਜਿਹੜੇ ਕੋਈ ਨਹੀਂ ਚੰਗਾ ਕਰਮ ਕਰਦੇ, ਕਈਆਂ ਦੇ ਅਹੁਦੇ ਮਿਲੇ ਹੋਏ ਵੀ ਖੁੱਸ ਜਾਂਦੇ ਆ। ਆਖੋ ਸਤਨਾਮ। ਕਰਮਾਂ ਦੀ ਉਹੀ ਗੱਲ ਹੈ। ਇਸ ਕਰਕੇ ਜੋ ਮਿਲਿਆ ਉਹਦੇ ਵਿੱਚ ਮਾਲਕ ਦਾ ਸ਼ੁਕਰਾਨਾ ਕਰਨਾ ਭਾਈ। ਸ਼ੁਕਰ ਕਰੋ ਤੇ ਖਾਂਦੇ ਪੀਂਦੇ ਵਿਗੜ ਨਾ ਕਰੀਏ ਗੁਰਮੁਖ, ਫਿਰ ਨਹੀਂ ਗੱਲ ਬਣਨੀ। ਸਤਿਗੁਰ ਕਹਿੰਦੇ ਵਾਹੋ ਵਾਹੋ ਅੰਮ੍ਰਿਤ ਨਾਮ ਹੈ,
गुरमुख पावै कोई गल। गुरु ग्रंथ साहिब दी चलदी है। इहदे विच की है? नाम अमृत है। ते ये नाम रूपी अमृत नूं कोई गुरमुख प्राप्त करदा है, मनमुख नहीं लै सकदे। गुरमुख जिहदा गुरु वल मुख है, गुरु दे बचनां नूं सुण के जिहड़ा मनदा है ਉਹਨੂੰ नाम अमृत प्राप्त हुंदा है। वाहो वाहो करमी पाई है आप दया कर दे। कहंदे परमात्मा दी सिफत सलाह करिया कर, क्योंकि जदों मालिक दी सिफत करेगा, वडियाई करेगा, ਉਹਨੂੰ तेरे ते दया आवे, तरस आवे, फिर तैनूं ਉਹਦੇ घर ਦੀਆਂ ਸਾਰੀਆਂ ਦਾਤਾਂ प्राप्त हो जाणीਆਂ। वाहो वाहो करमी पाई है आप दया कर दे। नानक वाहो वाहो गुरमुख पाई है अन दिन नाम लए। कहंदे वाहिगुरू दीयां दातां ने बहुत वड्डियां, ਉਹਦੇ ਤਾਂ रोम रोम ਵਿੱਚ पता ही नहीं किन्नियां क ताकतां ने। बस एक ਤਾਂ ਉਹਨੂੰ दया आ जे ते दिन रात मालक नूं चेते रखो तां फल मिलूगा। प्रेम है ना, ਜਿਹੜਾ प्रेम शब्द ਆਪਾਂ ਵਰਤਦੇ ਆ, ਇਹਦਾ मतलब ਹੁੰਦਾ ਵੀ मैं ਤਾਂ है ही नहीं, तू ही तू है। ਜਿਹਦੇ ਨਾਲ ਤੁਹਾਡਾ प्रेम पै जे, ਗੱਡੀ ਚਲਾਉਂਦਿਆਂ ਵੀ ਉਸੇ ਦੀ ਯਾਦ, रोटी छकदा तां भी ओदी याद, कोई काम करदा जिहदे नाल तेरा प्रेम है, याद ओदी रहूगी गुरमुख। दुख वेले भी ओही याद है, सुख वेले भी ओही याद है। दिने तां याद रहना ही रहना, कईयां नूं रातां नूं भी अपने प्यारे दी कोई याद आउंदी है। ते रब दी भी जे गल करिए ना, काम तां जिहड़ा मर्जी करो, जे तां तुहानूं ओदी याद है फिर तां ओह सिमरन बन जूगा। ते जे ओहदी याद भुल गई फिर भावें हत्थ 'च गुटका फड़ी बैठा, जे ध्यान किते होर है फिर वो भगती नहीं कहा सकती गुरु। ये भी ध्यान च रखना। ते महाराज ने एवें तां नहीं कहा, साच कहूँ सुन लेहो सब है जिन प्रेम कियो तिन ही प्रभ पायो। करदे सी सिख जंग फिर भी प्रेम मालक नाल, फिर भी उहनूं याद रखदे सी। वो जंग युद्ध भी धर्म बन गया गुरमुख। ते कई वो भी सी ਜਿਹੜੇ ਫੇਰਦੇ ਭਾਵੇਂ ਮਾਲਾ ਹੀ ਸੀ ਪਰ ਮਨ ਵਿੱਚ ਬੇਈਮਾਨੀਆਂ ਸੀ। ਜਿਵੇਂ ਔਰੰਗਜ਼ੇਬ ਹੈ, ਇਤਿਹਾਸ ਦੱਸਦਾ ਹੈ। ਬਾਕੀ ਜਫਰਨਾਮਾ ਪੜ੍ਹ ਲਓ, ਗੁਰੂ ਗੋਬਿੰਦ ਸਿੰਘ ਨੇ ਵੀ ਲਿਖਿਆ। ਸਤਿਗੁਰ ਕਹਿੰਦੇ ਔਰੰਗਜ਼ੇਬ ਮੈਂ ਤੇਰੀ ਸਿਫਤ ਕਰਦਾ ਵੀ ਤੂੰ ਟੋਪੀਆਂ ਬਣਾ ਬਣਾ ਕੇ ਕਿਰਤ ਕਰਕੇ ਰੋਟੀ ਉਹਦੀ ਖਾਂਦਾ। ਖਜ਼ਾਨੇ 'ਚੋਂ ਨਹੀਂ ਸੀ ਕਹਿੰਦੇ ਖਾਂਦਾ, ਟੋਪੀਆਂ ਬਣਾਉਂਦਾ ਹੁੰਦਾ ਜਿਹੜੀਆਂ ਮੁਸਲਮਾਨ ਸਿਰ ਤੇ ਲੈਂਦੇ, ਉਹਦੇ ਪੈਸੇ ਦੀ ਰੋਟੀ ਖਾਂਦਾ। अल्लाह दा नमाज रोज़ पढ़दा सी। महाराज कहंदे मैं सिफत करदा पर पढ़ी दा ते हत्थीं किरत करके खाई दा फायदा कोई नहीं होया। आखो सतनाम। क्योंकि कीता तां ज़्यादातर जुल्म ही है, उदा नहीं होवे गुरमुख। बस शरधा प्रेम होवे ये संसार दे नाल। महाराज कहंदे याद रखियो एक दिन आए संसार तो जाना भी है। जम्मन मरना हुक्म है, भाणै आवे जाए। खाना पीना पवित्र है, दितो न रिजक संवाहे। महाराज कहंदे खाना पीना भी पवित्र है, जो रिजक मालिक ने दिता वो मिलूगा तैनूं। जम्मन मरना भी ओहदा हुक्म है, ओहदे भाणे च ही आया, भाणे च ही जाएगा। पर यह देखिया जाना भी तू कीता की है। आखो सतनाम। इस करके भाई कोशिश करिए संसार दा भला ही करिए जिन्ना हो सकता है। जे मालिक दे चरनी लगे आ, भला करदे हो, लख तेरा कोई बुरा होवे, तैनूं जंग युद्ध भी करने पै जान, तेरा नाम भी रहू, तेरा सत्कार भी रहू, पर बिरती धर्म दी होवे। आओ मैं वेख लिया पर त्याग के लम्मियां बावां तेरियां। मैं वेख लिया पर त्याग के लम्मियां बावां तेरियां। मैं वेख लिया पर जाके लम्मियां बावां तेरियां। मैं देख लिया पर त्यागे 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 लम्मियां बावां तेरियां।
लिया पर त्याके लंबिया बावां तेरिया। मैं देख लिया पर त्याके लंबिया बावां तेरिया। मैं देख लिया पर त्याके लंबिया बावां तेरिया। पर त्याग के वेखिया मालक दियां बाहां बहुत लंबियां ने। आओ गुर इतिहास गुरबाणी दी विचार चलदी है, सुरतियां रखियो एकागर। मैं मां बारे बेनती करनी चाहुंदा। जिहड़ी औरत है ना गुरमुखो, मापियां दे घर धी हुंदी है। धी शब्द ना बुद्धि तो बनिया सी, अकल सियाणप। जिस घर धी जम पैंदी आम ही कहंदे हुंदे हुण धी जम पी इहनूं अकल आ जू। पुराने ग्रंथां नूं पढ़ो, बुद्धि अकल सी, हौली हौली धी रह गया गुरु सियाणप। मापियां दे घर धी जे धी होवे तां कहंदे बीबी भानी वर्गी होवे गुरु। भरावां दी भैण हुंदी है पेके घर विच, जे भैण होवे तां भैण नानकी वर्गी होवे। आखो सतनाम। ओही जदों विआही जांदी है फिर वो बनदी है पत्नी गुरमुखो अपने पति दी। ते जे पत्नी भी होवे तां माता खीवी वर्गी होवे। बीबीओ सारे संसार नूं छड्ड के जे थोनू सत्कार मिलिया तां एक गुरु नानक दे घर चों मिलिया। पढ़ के वेखो इतिहास। कोई पैर दी जुत्ती कहंदा सी, माफ़ी दिओ शब्द वरतना पैना एवें पता नहीं लगता। कोई कहंदा सी गिच्ची पिछे मत हुंदी है। कोई कहंदा सी पैर दी जुत्ती है, इस्त्री जिन्ना चिर लोड़ है वरतो नहीं, फेंको परे, सिटो, कड्डो बाहर। आ जेड़े गहने पाउने हो ना, गुस्सा तां करना जाओ, ये थोनू कैद कीता हुंदा सी। पैरां नूं बेड़ियां, नक्कां नूं नथ पाउंदे, हौली हौली गहने बना ले। कई साडे वीर केस कटा के बोदियां रखते हैं ना, ये भी समझ लियो ये कोई फैशन नहीं सी, ये कोई रिवाज नहीं सी। ये तां राजे जनमेजे ने पंडितां दी गलती ते उन्हां नूं सजा दित्ती सी। अगे जिहनूं वड्डी सजा देनी हुंदी कहंदे हुंदे सिर मूँह मुन्न दिओ, इहदा ये सजा सी। ते हौली हौली उन्हां ने रिवाज बना लिया गुरमुखो। समझो पिछोकड़ इतिहास नूं पढ़ो। ते जे सतगुरु महाराज नूं सिर झुकाउने हो तां गुरबाणी नूं भी पढ़ो। सतगुर कहंदे साबत सूरत दस्तार सिरा। गुरु गोबिंद सिंह तां इत्थों तक कह गए, कहंदे साबत सूरत रब दी। भावें कोई हिंदू है, भावें कोई मुसलमान है, भावें कोई सिख है, जे उहदे केस कट्टो वड्डो ना वो सिख ही दिखूगा। गुरु कहंदे साबित सूरत रब ने बना के भेजिया सी, भन्ने बेईमान। कहंदे भन्नो ना इनू रब दी दित्ती दात नूं गुरमुख, तोड़ो ना। चलो गल होर पासे ना चली जावे, ध्यान देना। मैं जिक्र कर रहा सां भैण होवे भैण नानकी वर्गी, जे पत्नी होवे तां होवे माता खीवी वर्गी। हुण अपने कोले टाइम थोड़ा है, नहीं तो मैं तुहानूं दसदा भी इन्हां च गुण की सी। तुसीं भी हिम्मत करिया करो, इतिहास पढ़िया करो भाई। असीं अपना इतिहास छड्ड गए भी सानूं इत्थों तक जिहड़ियां सरदारियां मिलियां अज बराबर दे हकदार बने बैठे हाँ, ये किवें मिलियां? एवें नहीं मिलियां, इहदे पिछे बहुत कुर्बानियां करनियां पईयां। ते जिहड़े लोग जिहड़ी कौम अपना पिछोकड़ भुल जे ना भी असीं कित्थों इत्थों तक पहुँचण वास्ते किन्ने दुख झल्ले, पिछोकड़ भुल जे, इतिहास भुल जे, वो फिर बर्बाद ही हुंदे आ। गुरु भुलना नहीं चाहिए। माता खीवी गुरु अंगद देव महाराज दूसरे सतगुरु दे घर वाली सी। कदे जीवन पढ़ियो की कुछ लोकां तो सुनिया किवें उहने घाल कमाई कीती ते गुरु ग्रंथ साहिब विच ना है उहदा पता तुहानूं? सत्ते ते बलवंड राय ने वार लिखी रामकली राग विच, उहदे विच जे औरतां चों ना आया ते माता खीवी दा आया। उन्हां नूं लिखना पिया, कहंदे बलवंड खीवी नेक जन, जिन बहुती छाओ पतराली, लंगर दौलत वंडी है
ਰਸ ਅੰਮ੍ਰਿਤ ਖੀਰ ਘੀ ਆਲੀ। ਮਾਤਾ ਖੀਵੀ ਦਾ ਨਾਂ 2 ਵਾਰੀ ਆਇਆ ਗੁਰੂ ਗ੍ਰੰਥ ਸਾਹਿਬ 'ਚ। ਕੋਈ ਵੀ ਆ ਜਾਂਦਾ, ਜਦੋਂ ਗੁਰੂ ਅੰਗਦ ਦੇਵ ਗੁਰੂ ਬਣ ਗਏ ਨਾ, ਹੁਣ ਸੰਗਤ ਆਉਂਦੀ, ਉਹਨਾਂ ਨਾਲ ਬਚਨ ਵਿਲਾਸ ਵੀ ਕਰਨੇ ਹੁੰਦੇ ਸੀ। ਤੇ ਮਾਤਾ ਖੀਵੀ ਕਹਿਣ ਲੱਗੀ, ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ? ਸਤਿਗੁਰ ਦੇ ਨੇਤਰਾਂ 'ਚ ਨੀਰ, ਕੜਛੀ ਫੜਾਤੀ, ਕਹਿੰਦੇ ਆਹ ਹੁਕਮ ਹੈ, ਲੰਗਰ ਬਣਾਈ ਚੱਲ ਤੇ ਸੰਗਤ ਵਿੱਚ ਵਰਤਾਈ ਚੱਲ। ਵੈਸੇ ਤਾਂ ਆਪਾਂ ਕਹਿੰਦੇ ਆ ਗੁਰੂ ਕਾ ਲੰਗਰ, ਪਰ 2 ਲੰਗਰ ਮੈਂ ਦੇਖੇ। ਇੱਕ ਤਾਂ ਖਡੂਰ ਸਾਹਿਬ, ਜਿੱਥੇ ਲਿਖਿਆ ਲੰਗਰ ਮਾਤਾ ਖੀਵੀ ਜੀ, ਤੇ ਜਾਂ ਫਿਰ ਜਦੋਂ ਹਜੂਰ ਸਾਹਿਬ ਜਾਂਦੇ ਹੋ, ਉੱਥੇ ਹੈ ਲੰਗਰ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਨਾਂ ਤੇ। ਬਾਕੀ ਸਾਰੇ ਗੁਰੂ ਦੇ ਨਾਂ ਤੇ ਗੁਰੂ। ਹੁਣ ਪਿਆਰ ਕੈਸਾ ਸੀ, ਕੋਈ ਵੀ ਆ ਜਾਂਦਾ, ਮਾਤਾ ਖੀਵੀ ਨੇ ਨਾ ਆਏ ਨੂੰ ਐ ਲੰਗਰ ਛਕਾਉਣਾ ਜਿਵੇਂ ਆਪਦੇ ਪੁੱਤਾਂ ਨੂੰ ਛਕਾਈਦਾ, ਆਪਦੇ ਪੁੱਤਰਾਂ ਨੂੰ ਛਕਾਈਦਾ। ਤੇ ਰਸ ਇਹ ਜਿਹਾ ਜਿਹੜਾ ਛਕਦਾ ਸੀ, ਉਹਨੂੰ ਅੰਮ੍ਰਿਤ ਵਰਗਾ ਸਵਾਦ ਆਉਂਦਾ ਤੇ ਉਹਦਾ ਮਨ ਗੁਰੂ ਵਾਲੇ ਪਾਸੇ ਜੁੜ ਜਾਂਦਾ ਸੀ। ਤੇ ਤੁਹਾਨੂੰ ਵੀ ਬੇਨਤੀ ਹੈ, ਕਈ ਵਾਰੀ ਚੁੱਲ੍ਹੇ ਤੇ ਤਾਂ ਸਬਜ਼ੀ ਛੱਡਦੀ ਹੁੰਦੀ ਹੈ, ਤੇ ਉਧਰ ਖਿਆਲ ਹੁੰਦਾ ਵੀ ਫਲਾਣੀ ਐਕਟਰਨੀ ਕਿਵੇਂ ਨੱਚ ਰਹੀ ਹੈ, ਤੇ ਉਹੇ ਜੇ ਬੱਚੇ ਹੋ ਗਏ ਫਿਰ ਸਾਡੇ ਗੁਰਮੁਖੋ, ਉਹੀ ਕੁਛ ਹੋਈ ਜਾਂਦਾ ਹੈ। ਭੋਜਨ ਤੇ ਭਜਨ ਦੋਵੇਂ ਖੁਰਾਕਾਂ ਨੇ। ਭਜਨ ਸਾਡੀ ਆਤਮਾ ਦੀ ਖੁਰਾਕ ਹੈ, ਭੋਜਨ ਸਰੀਰ ਦੀ ਖੁਰਾਕ ਹੈ, ਤੇ ਦੋਵੇਂ ਤਿਆਰ ਕਰਨ ਵੇਲੇ ਨਾ, ਭਾਵੇਂ ਭਜਨ ਕਰਦੇ ਹੋ ਭਾਵੇਂ ਭੋਜਨ ਤਿਆਰ ਕਰਦੇ ਹੋ, ਉਦੋਂ ਮਨ ਇਕਾਗਰ ਹੋਣਾ ਚਾਹੀਦਾ। ਵੈਸੇ ਤਾਂ ਹਰ ਵੇਲੇ ਹੀ ਐ ਸਮਝਿਆ ਕਰੋ ਵੀ ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਪਰ ਉਦੋਂ ਤਾਂ ਘੱਟੋ ਘੱਟ ਜ਼ਰੂਰ ਧਿਆਨ ਕਰਿਆ ਕਰਿਓ। ਜਿਹੜੀ ਬੀਬੀ ਕਹਿੰਦੀ ਹੈ ਮੇਰੇ ਘਰੋਂ ਕਲੇਸ਼ ਨਹੀਂ ਨਿਕਲਦਾ, ਸਾਡੇ ਘਰੇ ਨਸ਼ਾ ਪੱਤਾ ਲੜਾਈ ਜ਼ਿਆਦੇ ਹੈ, ਸਿਮਰਨ ਕਰਕੇ ਲੰਗਰ ਬਣਾਇਆ ਕਰੋ। ਦਾਲ ਸਬਜ਼ੀ ਕੱਟਣ ਤੋਂ ਲਾ ਕੇ ਬਣਨ ਤੱਕ, ਆਟਾ ਛਾਨਣ ਤੋਂ ਲਾ ਕੇ ਪ੍ਰਸ਼ਾਦਾ ਛਕਾਉਣ ਤੱਕ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਚੱਲਿਆ ਕਰੋ ਨਾਲ। ਜੇ ਯਾਦ ਹੈ ਤਾਂ ਮੂਲ ਮੰਤਰ ਪੜ੍ਹ ਲਓ, ਬਹੁਤ ਵਧੀਆ ਗੱਲ ਹੈ। ਜਿਹੜਾ ਵੀ ਉਸ ਲੰਗਰ ਨੂੰ ਛਕੂਗਾ, ਉਹਦਾ ਮਨ ਗੁਰੂ ਵਾਲੇ ਪਾਸੇ ਆਪੇ ਹੀ ਆਜੂ। ਆਖੋ ਸਤਨਾਮ। ਜੈਸਾ ਅੰਨ ਤੈਸਾ ਹੀ ਮਨ ਗੁਰਮੁਖੋ। ਹੁੰਦਾ ਇਹ ਅਸਰ ਹੁੰਦਾ ਹੈ। ਤੇ ਮਾਤਾ ਖੀਵੀ ਨੇ ਇੰਨੇ ਪ੍ਰੇਮ ਨਾਲ ਲੰਗਰ ਛਕਾਉਣਾ, ਛਕਣ ਵਾਲੇ ਨੂੰ ਅੰਮ੍ਰਿਤ ਦਾ ਸਵਾਦ ਆਉਂਦਾ। ਤੇ ਖਿਚੜੀ ਦੇਸੀ ਘਿਓ ਪਾ ਪਾ ਕੇ ਛਕਾਉਣੀ ਗੁਰੂ। ਕਦੇ ਮਾਣ ਨਹੀਂ ਸੀ ਕੀਤਾ ਵੀ ਮੇਰਾ ਪਤੀ ਗੁਰੂ ਤੇ ਮੈਂ ਆਏ ਗਿਆਨ ਦੇ ਭਾਂਡੇ ਮਾਂਜਾਂ। ਕੋਈ ਹਉਮੈ ਨਹੀਂ ਸੀ, ਤੇ ਨਿਮਰਤਾ ਨੂੰ ਹੀ ਫਲ ਲੱਗਦੇ ਆ। ਇਸ ਕਰਕੇ ਪੜ੍ਹਿਓ, ਤੁਸੀਂ ਇਤਿਹਾਸ ਪੜ੍ਹਿਓ, ਬੀਬੀ ਭਾਨੀ ਦਾ, ਭੈਣ ਨਾਨਕੀ ਦਾ, ਮਾਤਾ ਖੀਵੀ ਦਾ ਜ਼ਰੂਰ ਪੜ੍ਹਿਓ। ਪਰ ਅੱਜ ਜ਼ਿਕਰ ਕਰਨਾ ਹੈ ਆਪਾਂ ਮਾਤਾ ਗੁਜਰ ਕੌਰ ਜੀ ਦਾ, ਮਾਂ ਬਾਰੇ। ਜੇ ਮਾਂ ਹੋਵੇ, ਕਿਉਂਕਿ ਜਦੋਂ ਘਰ ਵਾਲੀ ਪਤਨੀ ਹੁੰਦੀ ਹੈ, ਉਹਦੇ ਫਿਰ ਬੱਚੇ ਪੈਦਾ ਹੁੰਦੇ ਆ। ਜਿੰਨਾ ਚਿਰ ਬੱਚੇ ਪੈਦਾ ਨਾ ਹੋਣ, ਕੋਈ ਧੀ ਜਾਂ ਪੁੱਤ ਕਿਸੇ ਬੀਬੀ ਦੇ ਕੁੱਖੋਂ ਜਨਮ ਨਾ ਲਵੇ, ਉਹਨਾਂ ਚਿਰ ਉਹਨੂੰ ਮਾਸੀ ਤਾਂ ਕਿਹਾ ਜਾ ਸਕਦਾ ਹੈ, ਭੈਣ ਚਾਚੀ ਤਾਈ ਕਿਹਾ ਜਾ ਸਕਦਾ ਹੈ, ਮਾਂ ਨਹੀਂ ਕਹਾ ਸਕਦੀ। ਮਾਂ ਉਦਾਂ ਹੀ ਬਣਦੀ ਹੈ ਅਸਲ ਵਿੱਚ ਜਿੱਦੇ ਕੁੱਖੋਂ ਕੋਈ ਧੀ ਪੁੱਤ ਪੈਦਾ ਹੋ ਜੇ ਗੁਰੂ। ਹੁਣ ਜਦੋਂ ਬਣ ਜੇ ਮਾਂ, ਮਾਂ ਕਿੱਦਾਂ ਦੀ ਹੋਣੀ ਚਾਹੀਦੀ ਹੈ ਉਹ ਸੁਣ ਲਿਓ। ਹੁਣ ਮਾਂ ਹੋਵੇ ਮਾਤਾ ਗੁਜਰ ਕੌਰ ਵਰਗੀ, ਆਖੋ ਸਤਨਾਮ। ਵੈਸੇ ਤਾਂ ਇਤਿਹਾਸਕਾਰਾਂ ਨੇ ਸਿੱਖ ਧਰਮ ਤੋਂ ਪਹਿਲਾਂ ਵੀ ਕੁਝ ਮਾਈਆਂ ਹੋਈਆਂ, ਜਿਵੇਂ ਬਾਬਾ ਫਰੀਦ ਜੀ ਦੀ ਮਾਂ ਹੈ, ਧਰੂ ਜੀ ਦੀ ਮਾਂ ਹੈ, ਅੱਧੀ ਕ ਮਾਂ ਰਾਜੇ ਗੋਪੀ ਚੰਦ ਦੀ ਵੀ ਮੰਨੀ ਹੈ। ਪਹਿਲਾਂ ਤਾਂ ਉਹਨੇ ਕਹਿਤਾ ਵੀ ਪੁੱਤ ਭਜਨ ਕਰਿਆ ਕਰ। ਜਦੋਂ ਰਾਜਾ ਗੋਪੀ ਚੰਦ ਭਜਨ ਕਰਨ ਤੁਰਨ ਲੱਗਿਆ, ਉਦੋਂ ਰੋਪ ਹੀ ਗੁਰਮੁਖੋ ਬੈਰਾਗ ਆ ਗਿਆ। ਪਰ ਕੁਛ ਕੁ ਮਾਵਾਂ ਐਸੀਆਂ ਸੀ, ਜਿਵੇਂ ਧਰੂ ਦੀ ਮਾਂ ਸੀ, ਕਹਿਤਾ ਪੁੱਤ ਕੀ ਹੋਇਆ ਜੇ ਆਪਣਾ ਰਾਜ ਭਾਗ ਖੁੱਸ ਗਿਆ? ਕੀ ਹੋਇਆ ਜੇ ਤੈਨੂੰ ਮਤਰੇਈ ਮਾਂ ਨੇ ਬਾਪ ਦੀ ਕੁਛੜ ਚੋਂ ਕੱਢਤਾ? ਕਹਿੰਦਾ ਹੁਣ ਮੈਨੂੰ ਦੱਸ ਮੈਂ ਕੀ ਕਰਾਂ? ਰਾਜ ਵੀ ਮਿਲ ਜੇ ਤੇ ਜਿਹੜੇ ਦੁਸ਼ਮਣ ਬਣੇ ਆ ਇਹ ਮਿੱਤਰ ਬਣ ਜਾਣ ਸਾਰੇ। ਮਾਂ ਨੇ ਕਿਹਾ ਸੀ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪਨੀਤਾ। ਕਹਿੰਦੀ ਤੂੰ ਪਰਮਾਤਮਾ ਦਾ ਸਿਮਰਨ ਕਰਨ ਲੱਗ ਜਾ। ਆਖੋ ਸਤਨਾਮ। ਤਾਂ ਉਹਨੂੰ ਸਤਿਕਾਰਯੋਗ ਮਾਵਾਂ ਚ ਲਿਆ। ਤੇ ਬਾਬਾ ਫਰੀਦ ਜੀ ਦੀ ਮਾਂ ਮਰੀਅਮ, ਉਹਦੇ ਬਾਰੇ ਤਾਂ ਤੁਸੀਂ ਜਾਣਦੇ ਹੋ, ਪਤੀ ਦਾ ਸਿਰ ਤੇ ਛਾਇਆ ਨਹੀਂ ਸੀ, ਫਿਰ ਵੀ ਆਪਦੇ ਪੁੱਤ ਨੂੰ ਭਜਨ ਵੱਲ ਲਾਇਆ। ਕਹਿੰਦੀ ਅੱਲਾ ਦੀ ਬੰਦਗੀ ਕਰਿਆ ਕਰ।
12 ਸਾਲਾਂ ਬਾਅਦ ਬਾਬਾ ਫਰੀਦ ਜੀ ਆਏ ਘਰ, ਸਿਰ ਦੇ ਕੇਸ ਜਟਾਵਾਂ ਬਣ ਗਏ। ਕਹਿੰਦੀ ਪੁੱਤ ਖਾਂਦਾ ਕੀ ਸੀ ਜੰਗਲਾਂ 'ਚ? ਕਹਿੰਦਾ ਦਰਖਤਾਂ ਦੇ ਪੱਤੇ ਸੂਤ ਸੂਤ ਖਾਦੇ ਐ। ਕਹਿੰਦੀ ਐਂ ਕਰ, ਲਿਆ ਫਿਰ ਤੇਰੇ ਕੇਸ ਵਾਹ ਦਿਆਂ। ਜਦੋਂ ਨਵਾ ਕੇ ਕੇਸੀ ਇਸ਼ਨਾਨ ਕਰਾ ਕੇ ਸਿਰ 'ਚ ਪਾ ਕੇ ਕੰਘਾ ਖਿੱਚਿਆ ਨਾ, ਦੁੱਖ ਲੱਗਿਆ ਗੁਰੂ। ਬਾਬਾ ਫਰੀਦ ਜੀ ਰੋਏ। ਮਾਂ ਕਹਿੰਦੀ ਪੁੱਤ ਰੋਂਦਾ ਕਿਉਂ ਹੈ? ਕਹਿੰਦਾ ਦੁੱਖ ਲੱਗਦਾ ਹੈ। ਕਹਿੰਦੀ ਜਿਹੜੇ ਦਰਖਤਾਂ ਦੇ ਪੱਤੇ 12 ਸਾਲ ਸੂਤ ਸੂਤ ਖਾਦੇ, ਉਹਨਾਂ ਨੂੰ ਕਿਹੜਾ ਦੁੱਖ ਨਹੀਂ ਲੱਗਿਆ ਹੋਣਾ? ਹਜੇ ਤੈਨੂੰ ਦਿਸਿਆ ਨਹੀਂ ਵੀ ਰੱਬ ਕੀ ਚੀਜ਼ ਹੈ। ਆਖੋ ਸਤਨਾਮ। ਉਹ ਤਾਂ ਜਰੇ ਜਰੇ ਵਿੱਚ ਵਸਦਾ ਹੈ। ਹੁਣ ਆਪਾਂ ਕਹਿੰਦੇ ਆ ਨਾ ਵੀ ਦਰਖਤ ਨਾ ਕੱਟੋ, ਵੱਧ ਤੋਂ ਵੱਧ ਰੁੱਖ ਲਾਓ। ਆਹ ਦੇਖੋ ਸਾਡੇ ਸੰਤਾਂ ਮਹਾਂਪੁਰਖਾਂ 'ਚ ਪਹਿਲਾਂ ਹੀ, ਕਿਉਂ ਉਦੋਂ ਸਮਾਂ ਉਹੋ ਜਿਹਾ ਸੀ। ਜਿਵੇਂ ਹੁਣ ਦੁਨੀਆ ਪੜ੍ਹ ਲਿਖ ਕੇ ਸਮਝ ਗਈ ਵੀ ਕੋਈ ਆਕਸੀਜਨ ਚੀਜ਼ ਹੈ ਜਿਹਦੇ ਕਰਕੇ ਸਾਡਾ ਸਰੀਰ ਚੱਲਦਾ ਹੈ। ਤੇ ਪੁਰਾਣੇ ਸਮੇਂ ਪਤਾ ਕੀ ਹੁੰਦਾ ਸੀ? ਪੜ੍ਹੇ ਲਿਖੇ ਤਾਂ ਘੱਟ ਹੀ ਹੁੰਦੇ ਸੀ। ਵਿਦਵਾਨ ਕਹਿੰਦੇ ਵੀ ਅੱਛਾ ਸਰੀਰ ਕਮਜ਼ੋਰ ਰਹਿੰਦਾ ਹੈ, ਭਾਈ ਬੋੜ ਜਾਂ ਪਿੱਪਲ ਕੋਲੇ ਜਾਈ, ਉਹਨੂੰ ਪਾਣੀ ਪਾ ਕੇ 5-7 ਗੇੜੇ ਕੱਢ ਕੇ ਆਈ। ਤੇ ਅਸਲ ਵਿੱਚ ਵਿਗਿਆਨਕ ਕਾਰਨ ਇਹ ਸੀ, ਬੋੜ ਤੇ ਪਿੱਪਲ 2 ਰੁੱਖ ਐਸੇ ਆ ਜਿਹੜੇ 24 ਘੰਟੇ ਆਕਸੀਜਨ ਛੱਡਦੇ ਆ ਗੁਰੂ। ਉਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਸੀ, ਤਾਂ ਹੀ ਉੱਥੇ ਪਾਣੀ ਪਵਾਇਆ ਜਾਂਦਾ ਸੀ। ਤੇ ਕਈ ਸਮਝਦੇ ਹੈ ਨਹੀਂ, ਬਸ ਨਿੰਦਿਆ ਤੇ ਜ਼ੋਰ ਹੈ ਵੀ ਪਖੰਡ ਹੈ। ਪਖੰਡ ਨਹੀਂ ਸੀ, ਉਦੋਂ ਸਮਝਣ ਦਾ ਤਰੀਕਾ ਹੀ ਉਹੋ ਜਿਹਾ ਸੀ। ਆਖੋ ਸਤਨਾਮ। ਸੋ ਇਸ ਕਰਕੇ ਵੱਧ ਤੋਂ ਵੱਧ ਰੁੱਖ ਲਾਓ। ਜੇ ਲੱਗੇ ਨੇ ਤਾਂ ਭਾਈ ਉਹਨਾਂ ਦੀ ਸੰਭਾਲ ਵੀ ਜ਼ਰੂਰ ਕਰਿਆ ਕਰੋ। ਹੁਣ ਧਿਆਨ ਦੇਣਾ, ਬਾਬਾ ਫਰੀਦ ਜੀ ਦੀ ਮਾਤਾ ਨੇ ਕਹਿਣਾ ਪੁੱਤ ਅਜੇ ਭਗਤੀ ਪੂਰੀ ਨਹੀਂ ਹੋਈ, ਹੋਰ ਕਰ। ਉਹਨੂੰ ਭਗਤੀ ਵੱਲ ਲਾਇਆ, ਉਹਨੂੰ ਵੀ ਸਤਿਕਾਰ ਮਿਲਿਆ। ਪਰ ਜਿੱਥੇ ਗੱਲ ਆ ਜੇ ਸਿੱਖ ਧਰਮ ਦੀ, ਧੰਨ ਮਾਤਾ ਗੁਜਰ ਕੌਰ ਨੇ ਤਾਂ ਹੱਦ ਹੀ ਮੁਕਾਤੀ ਗੁਰੂ, ਹੱਦ ਹੀ ਮੁਕਾਤੀ। ਧਰਮੀ ਕੀਤਾ, ਭਲਾ ਹੀ ਕੀਤਾ ਸੰਸਾਰ ਦਾ। ਅੱਜ ਤਾਂ ਮਾਣ ਨਾਲ ਕਹਿੰਦੇ ਆ ਪਿਆਰਿਓ, ਮਾਮਾ ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਦੀ ਨੀ ਮਾਂ ਗੁਜਰੀ। ਮਾਮਾ ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਦੀ ਨੀ ਮਾਂ ਗੁਜਰੀ। ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਦੀ ਨੀ ਮਾਂ ਗੁਜਰੀ। ਮਾਮਾ ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਦੀ ਨੀ ਮਾਂ ਗੁਜਰੀ। ਹੋਈਆਂ ਨੇ ਬਥੇਰੀਆਂ, ਮਿਲਦੀ ਨੀ ਮਾਂ ਗੁਜਰੀ। ਮਾਮਾ ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਦੀ ਨੀ ਮਾਂ ਗੁਜਰੀ। ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ, ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਮਿਲ ਜੇ ਗੋਬਿੰਦ ਸਿੰਘ ਵਰਗਾ, ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ, ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਹਾਂਜੀ ਸਾਹਿਬ ਕੌਰ ਜਈ ਮਾਂ ਮਿਲ ਜੇ, ਸਾਹਿਬ ਕੌਰ ਜਈ ਮਾਂ ਮਿਲ ਜੇ। ਸਾਹਿਬ ਕੌਰ ਜੀ ਮਾਂ ਮਿਲ ਜੇ, ਸਾਹਿਬ ਕੌਰ ਜੀ ਮਾਂ ਮਿਲ ਜੇ। ਸਾਹਿਬ ਕੌਰ ਜੀ ਮਾਂ ਮਿਲ ਜੇ, ਸਾਹਿਬ ਕੌਰ ਜੀ ਮਾਂ ਮਿਲ ਜੇ। ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਹੋਰ ਕੀ ਲੈਣਾ ਦੁਨੀਆ ਤੋਂ। ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ। ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ। ਆਨੰਦਪੁਰ ਵਰਗੀ ਥਾਂ ਮਿਲ ਜੇ, ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਸਾਹਿਬ ਕੌਰ ਜਈ ਮਾਂ ਮਿਲ ਜੇ, ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਸਾਹਿਬ ਕੌਰ ਜਈ ਮਾਂ ਮਿਲ ਜੇ, ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਪਿਓ ਮਿਲ ਜੇ ਗੋਬਿੰਦ ਸਿੰਘ ਵਰਗਾ। ਆਓ ਮਾਤਾ ਗੁਜਰ ਕੌਰ ਜੀ ਦਾ ਜ਼ਿਕਰ ਕਰਨ ਲੱਗਾ ਪਿਆਰਿਓ। ਧੰਨ ਧੰਨ ਮਾਤਾ ਗੁਜਰ ਕੌਰ ਜੀ। ਇਹਨਾਂ ਦਾ ਜਨਮ ਗੁਰੂ ਘਰ ਦੇ ਅਨੰਨ ਸੇਵਕ ਲਾਲ ਚੰਦ ਸੁਭਿੱਖੀ ਖੱਤਰੀ ਪਰਿਵਾਰਾਂ ਵਿੱਚੋਂ ਸੀ। ਉਹਨਾਂ ਦੇ ਘਰ
ਮਾਤਾ ਬਿਸ਼ਨ ਕੌਰ ਜੀ ਦੀ ਪਾਵਨ ਕੁੱਖੋਂ ਕਰਤਾਰਪੁਰ ਸਾਹਿਬ, ਜਿਹੜਾ ਜਲੰਧਰ ਜ਼ਿਲ੍ਹੇ 'ਚ ਪੈਂਦਾ। ਇਹ ਕਰਤਾਰਪੁਰ ਸਾਹਿਬ ਵੀ ਦੋ ਨੇ, ਇੱਕ ਤਾਂ ਲਾਹੌਰ ਜਿਹੜਾ ਪਿੱਛੇ ਜੇ ਲਾਂਘਾ ਖੁੱਲ੍ਹਿਆ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ, ਮਹਾਰਾਜ ਨੇ ਅੰਤਲਾ ਸਮਾਂ ਉੱਥੇ ਬਤੀਤ ਕੀਤਾ। ਇੱਕ ਕਰਤਾਰਪੁਰ ਸਾਹਿਬ ਜਲੰਧਰ ਜ਼ਿਲ੍ਹੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਆਖੋ ਸਤਨਾਮ। ਉੱਥੇ ਗੁਰਮੁਖ ਪਿਆਰਿਓ 1619 ਈਸਵੀ ਦੇ ਵਿੱਚ ਮਾਤਾ ਗੁਜਰ ਕੌਰ ਜੀ ਦਾ ਜਨਮ ਹੋਇਆ ਸੀ ਕਰਤਾਰਪੁਰ ਸਾਹਿਬ। ਕੁਛ ਪਰਿਵਾਰ ਜਦੋਂ ਜਾਓ ਨਾ ਲਖਨੌਰ, ਅੰਬਾਲੇ ਕੋਲੇ ਪੈਂਦਾ ਲਖਨੌਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਨਕੇ ਉੱਥੇ ਮੰਨੇ ਜਾਂਦੇ, ਕਿਉਂਕਿ ਕੁਛ ਪਰਿਵਾਰ ਉੱਥੇ ਵੀ ਰਹਿੰਦਾ ਸੀ। ਪਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ, ਕੁਛ ਪਰਿਵਾਰ ਕਰਤਾਰਪੁਰ ਸਾਹਿਬ ਚਲਿਆ ਗਿਆ। ਉੱਥੇ ਲਾਲ ਚੰਦ ਸੁਭਿੱਖੀ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਮਾਤਾ ਗੁਜਰ ਕੌਰ ਜੀ ਦਾ ਜਨਮ ਹੋਇਆ। ਬੜੇ ਪਿਆਰ ਨਾਲ ਪਾਲਣਾ ਕੀਤੀ। ਸਮਾਂ ਲੰਘਦਾ ਗਿਆ। ਗੁਰਮੁਖ ਪਿਆਰਿਓ ਯੋਗ ਵਿਦਿਆ ਵੀ ਪੜ੍ਹਾਈ, ਘਰ ਦੀ ਸਿੱਖਿਆ ਦਿੱਤੀ। ਮਾਤਾ ਪਿਤਾ ਨੇ ਗੁਰੂ ਘਰ ਬਾਰੇ ਬਹੁਤ ਗਿਆਨ ਦਿੱਤਾ ਵੀ ਕੀ ਸਿੱਖਿਆ ਗੁਰੂ ਘਰ ਦੀ। ਇੱਥੇ ਇੱਕ ਬੇਨਤੀ ਕਰਾਂ ਛੋਟੀ ਜੀ, ਕਈ ਵਾਰੀ ਅਸੀਂ ਸਕੂਲੀ ਵਿਦਿਆ ਤਾਂ ਬੱਚਿਆਂ ਨੂੰ ਪੜ੍ਹਾ ਦਿੰਦੇ ਹਾਂ ਗੁਰਮੁਖੋ, ਚਲੋ ਪੜ੍ਹਾਓ, ਪੜ੍ਹਾਈ ਚੰਗੀ ਹੁੰਦੀ ਹੈ, ਪਰ ਨਾਲ ਨਾਲ ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ ਘਰ ਬਾਰੇ ਵੀ ਦੱਸਿਆ ਕਰੋ ਵੀ ਘਰ ਕਿਵੇਂ ਚਲਾਈਦੇ ਆ। ਹੁਣ ਜਿਹੜੇ ਰਿਸ਼ਤੇ ਟੁੱਟ ਰਹੇ ਆ ਨਾ, ਜ਼ਿਆਦਾਤਰ ਆਨੰਦ ਕਾਰਜਾਂ ਵੇਲੇ ਗੁਰੂ ਗ੍ਰੰਥ ਸਾਹਿਬ ਤੇ ਤਲਾਕ ਲੈਣ ਵੇਲੇ ਗੁਰੂ ਨੂੰ ਕੋਈ ਪੁੱਛਦਾ ਹੀ ਨਹੀਂ ਗੁਰਮੁਖੋ। ਇਹ ਰਿਸ਼ਤੇ ਟੁੱਟਣ ਦਾ ਕਾਰਨ ਕੀ ਹੈ? ਬਾਹਰੀ ਗਿਆਨ ਤਾਂ ਬਹੁਤ ਹੈ, ਪਰ ਇਹ ਨਹੀਂ ਪਤਾ ਹੁੰਦਾ ਵੀ ਘਰ ਚਲਾਉਣ ਵਾਸਤੇ ਕੀ ਕਰਨਾ। 32 ਗੁਣ ਨੇ ਬੀਬੀਓ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ 32 ਹੀ ਸੁਲੱਖਣੀ ਸੱਚ ਸੰਤਤ ਪੂਤ। ਉਹ 32 ਗੁਣ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜਿਹੜੇ, ਉਹ ਜੇ ਤਾਂ ਔਰਤ ਵਿੱਚ ਹੈਗੇ ਫਿਰ ਤਾਂ ਉਹਦਾ ਮਾਣ ਤਾਣ ਬਣੂਗਾ, ਤੇ ਜੇ ਇਕੱਲਾ ਹੀ ਹੈ ਵੀ ਮੈਂ ਸੁਖੀ ਹੋਵਾਂ ਮੇਰੀ ਚੱਲੇ, ਫਿਰ ਘਰ ਨਹੀਂ ਵਸਦੇ। ਆਖੋ ਸਤਨਾਮ। ਚਲੋ ਖਿਆਲ ਕਰਨਾ, ਘਰ ਪਰਿਵਾਰ ਦੀ ਸਿੱਖਿਆ ਮਾਤਾ ਜੀ ਨੂੰ ਬਹੁਤ ਦਿੱਤੀ ਗਈ। ਗੁਰੂ ਤੇਗ ਬਹਾਦਰ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ। ਇਹਨਾਂ ਦੇ ਨਾਲ ਮਾਤਾ ਗੁਜਰ ਕੌਰ ਜੀ ਦੀ ਸ਼ਾਦੀ 1632 ਦੇ ਵਿੱਚ ਹੋਈ ਸੀ। 11 ਕੁ ਸਾਲ ਦੀ ਉਮਰ ਗੁਰੂ ਤੇਗ ਬਹਾਦਰ ਜੀ ਦੀ ਤੇ 9 ਕੁ ਸਾਲ ਦੀ ਉਮਰ ਮਾਤਾ ਗੁਜਰ ਕੌਰ ਦੀ ਸੀ। ਅੱਗੇ ਨਿੱਕਿਆਂ ਨਿੱਕਿਆਂ ਦਾ ਵਿਆਹ ਹੋ ਜਾਂਦਾ ਸੀ। ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ, ਮਾਤਾ ਨਾਨਕੀ ਜੀ, ਹੋਰ ਜਿਹੜਾ ਪਰਿਵਾਰ ਸੀ, ਉਹਨਾਂ ਦੀ ਸੇਵਾ 'ਚ ਹੀ ਲੱਗੇ ਰਹਿਣਾ। ਗੁਰੂ ਨਾਲ ਗੁਰਬਾਣੀ ਪੜ੍ਹਨੀ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜ਼ਿਆਦਾਤਰ ਭਜਨ ਸਿਮਰਨ ਕਰਦੇ ਹੁੰਦੇ। ਜੰਗਾਂ ਯੁੱਧਾਂ ਦਾ ਅਭਿਆਸ ਵੀ ਸੀਗਾ। ਪਹਿਲਾ ਨਾਮ ਸੀ ਤਿਆਗਮੱਲ। ਜਦੋਂ ਕਰਤਾਰਪੁਰ ਸਾਹਿਬ ਯੁੱਧ ਹੋਇਆ ਨਾ ਜਲੰਧਰ ਜ਼ਿਲ੍ਹੇ 'ਚ, ਉਦੋਂ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਜੌਹਰ ਦਿਖਾਏ, ਤਲਵਾਰ ਚਲਾਈ। ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਇਹ ਮੇਰਾ ਸੁਪੁੱਤਰ ਤੇਗ ਬਹਾਦਰ ਹੈ। ਤੇਗ ਬਹਾਦਰ ਤਾਂ ਨਾਮ ਕਿਹਾ ਸੀ, ਅਸਲ ਨਾਮ ਸੀ ਤਿਆਗਮੱਲ। ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਾਦੀ ਹੋਈ। ਪਰਿਵਾਰਕ ਫਰਜ਼ ਨਿਭਾਉਣੇ, ਆਏ ਗਿਆਨ ਦੀ ਸੇਵਾ ਕਰਨੀ। ਉਦੋਂ ਬਾਅਦ 6ਵੇਂ ਪਾਤਸ਼ਾਹ ਦੇ ਸਰੀਰ ਛੱਡਣ ਤੋਂ ਬਾਅਦ ਕੁਛ ਮਾਹੌਲ ਇਦਾਂ ਦਾ ਬਣਿਆ ਗੁਰਮੁਖ ਪਿਆਰਿਓ, ਪਰਿਵਾਰ ਦੇ ਵਿੱਚ ਨਾ ਵਿਤਕਰਾ ਜਿਹਾ ਖੜਾ ਹੋ ਗਿਆ ਸੀ। ਜਿਵੇਂ ਧੀਰਮੱਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਲਿਖਾਈ ਸੀ, ਉਹਨੇ ਆਪ ਦੱਬ ਲਈ ਤੇ ਕਰਤਾਰਪੁਰ ਕਹਿੰਦਾ ਮੈਂ ਗੁਰੂ ਹਾਂ। ਗੁਰਤਾ ਗੱਦੀ ਦੇਤੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰਰਾਏ ਸਾਹਿਬ ਨੂੰ। ਆਪਣੇ ਪੋਤਰੇ ਨੂੰ ਗੱਦੀ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਉਹ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ। ਤੇ ਮਹਾਰਾਜ 6ਵੇਂ ਪਾਤਸ਼ਾਹ ਨੇ ਕਿਹਾ ਸੀ ਆਪਣੀ ਧਰਮ ਸੁਪਤਨੀ ਨਾਨਕੀ ਨੂੰ, ਕਿਉਂਕਿ ਮਾਤਾ ਨਾਨਕੀ ਨੇ ਕਿਹਾ ਸੀ ਵੀ ਧੀਰਮੱਲ ਕੋਲੇ ਬੀੜ ਹੈ, ਚਲੋ ਉਹਦਾ ਚੜਾਵੇ ਨਾਲ ਗੁਜ਼ਾਰਾ ਹੁੰਦਾ ਰਹੂਗਾ। ਅਣੀ ਰਾਏ ਨੂੰ ਦੁਕਾਨਾਂ ਦੇਤੀਆਂ। ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੂੰ ਗੁਰਗੱਦੀ ਮਿਲ ਗਈ। ਤੇ ਮੇਰਾ ਪੁੱਤਰ ਤੇਗ ਬਹਾਦਰ, ਇਹ ਤਾਂ ਵੈਸੇ ਹੀ ਭੋਲਾ ਸਿੱਧਾ ਸਾਦਾ ਹੈ। 6ਵੇਂ ਪਾਤਸ਼ਾਹ ਕਹਿੰਦੇ ਨਾਨਕੀ ਜੀ ਇਹਦੇ ਤੇ ਵੀ ਸਮਾਂ ਆਊਗਾ, ਹਜੇ ਹੋਰ ਤਿਆਰੀ ਦੀ ਲੋੜ ਹੈ।
ਇਹਦੇ ਸਿਰ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਆਉਣੀ ਹੈ ਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਵੱਧ ਭਜਨ ਦੀ ਲੋੜ ਹੈ। ਆਖੋ ਸਤਨਾਮ। ਤੁਸੀਂ ਇਹਨਾਂ ਨੂੰ ਲੈ ਕੇ ਪੇਕੇ ਚਲੇ ਜਾਓ। ਤਾਂ ਕਰਕੇ ਆਪਣੇ ਨਾਨਕੇ ਘਰ ਬਾਬਾ ਬਕਾਲਾ ਜੀ ਨੂੰ ਕਹਿੰਦੇ ਹੋ ਨਾ, ਇਹ ਨਾਨਕੇ ਸੀ ਗੁਰੂ ਤੇਗ ਬਹਾਦਰ ਜੀ ਦੇ। ਉੱਥੇ ਫਿਰ ਗਿਆ ਪਰਿਵਾਰ, ਮਾਤਾ ਗੁਜਰ ਕੌਰ ਜੀ ਵੀ ਨਾਲ ਸੀ। ਤੇ ਇਹ ਵੀ ਧਿਆਨ ਰੱਖਿਓ, ਨਾਨਕੀ ਸ਼ਬਦ ਇਤਿਹਾਸ ਵਿੱਚ 2 ਵਾਰੀ ਆਉਂਦਾ ਹੈ। ਜਿੱਥੇ ਕਿਤੇ ਤਾਂ ਆਵੇ ਭੈਣ ਨਾਨਕੀ ਜਾਂ ਬੇਬੇ ਨਾਨਕੀ, ਉਹ ਤੋਂ ਤਾਂ ਹਿਸਾਬ ਲਾ ਲਿਆ ਕਰੋ ਗੁਰੂ ਨਾਨਕ ਜੀ ਦੀ ਭੈਣ। ਤੇ ਜੇ ਕਿਤੇ ਲਿਖਿਆ ਜਾਂ ਸੁਣੋ ਮਾਤਾ ਨਾਨਕੀ, ਉਹ 6ਵੇਂ ਪਾਤਸ਼ਾਹ ਦੀ ਧਰਮ ਸੁਪਤਨੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਹੋਏ ਨੇ, ਮਾਤਾ ਨਾਨਕੀ। ਆਖੋ ਸਤਨਾਮ। ਬੋਲਿਆ ਕਰੋ ਭਾਈ ਵਾਹਿਗੁਰੂ, ਕਿਉਂਕਿ ਵਾਹਿਗੁਰੂ ਕਹਿਣ ਨਾਲ ਭਲਾ ਹੁੰਦਾ, ਬਹਾਨੇ ਨਾਲ ਹੀ ਕਿਹਾ ਜਾਂਦਾ, ਨਹੀਂ ਘਰਾਂ 'ਚ ਕਿੱਥੇ ਜਪ ਹੁੰਦਾ। ਫੇਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਾਤਾ ਨਾਨਕੀ ਜੀ ਆਪਣੀ ਨੂੰਹ ਗੁਜਰ ਕੌਰ ਨੂੰ, ਉਦੋਂ ਨਾਮ ਸੀ ਗੁਜਰੀ, ਤੇ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਬਾਬੇ ਬਕਾਲੇ ਚਲੇ ਗਏ। ਉੱਥੇ ਫਿਰ 26.5 ਸਾਲ ਦਾ ਸਮਾਂ ਗੁਰੂ ਤੇਗ ਬਹਾਦਰ ਜੀ ਨੇ ਭਗਤੀ ਕੀਤੀ। ਗੁਰੂ ਭੋਰਾ ਸੀਗਾ, ਹੁਣ ਵੀ ਹੈਗਾ ਭੋਰਾ। ਭੋਰੇ 'ਚ ਬਹਿ ਜਾਣਾ, ਸਵੇਰੇ ਸਮਾਧੀ ਲਾ ਕੇ ਬਰਾਗ ਨਾਲ ਬਾਣੀ ਉਚਾਰਦੇ, ਭਜਨ ਕਰਦੇ, ਨੇਤਰਾਂ 'ਚੋਂ ਨੀਰ ਚੱਲਦਾ। ਤੇ ਮਾਤਾ ਗੁਜਰ ਕੌਰ ਜੀ ਮੂਹਰੇ ਨਾ ਕੁੱਜਾ ਰੱਖ ਦਿੰਦੇ, ਇੰਨਾ ਬਰਾਗ ਆ ਜਾਂਦਾ। ਕਹਿੰਦੇ ਸ਼ਾਮ ਤੱਕ ਹੰਝੂਆਂ ਦੇ ਪਾਣੀ ਨਾਲ ਕੁੱਜਾ ਭਰ ਜਾਂਦਾ ਸੀ ਗੁਰੂ। ਤੇ ਸਾਰਾ ਦਿਨ ਮਾਤਾ ਗੁਜਰ ਕੌਰ ਜੀ ਪਰਿਵਾਰਕ ਫਰਜ਼ ਨਿਭਾਉਂਦੇ ਤੇ ਨਾਲੇ ਸੋਟਾ ਫੜ ਕੇ ਪਹਿਰੇ ਤੇ ਖੜੇ ਰਹਿੰਦੇ ਸੀ ਵੀ ਮੇਰੇ ਪਤੀ ਪਰਮੇਸ਼ਰ ਭਗਤੀ ਕਰਦੇ ਐ, ਕਿਤੇ ਇਹਨਾਂ ਦੀ ਭਗਤੀ ਵਿੱਚ ਵਿਘਨ ਨਾ ਪੈ ਜੇ। ਆਖੋ ਸਤਨਾਮ। ਸਾਰਾ ਦਿਨ ਸੋਟਾ ਫੜ ਕੇ ਬਾਰ 'ਚ ਖੜੇ ਰਹਿਣਾ। ਸਮਾਂ ਲੰਘਦਾ ਗਿਆ। ਫਿਰ ਤੁਹਾਨੂੰ ਪਤਾ ਹੈ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਡੁੱਬਦਾ ਸੀ। ਉਹ ਜਦੋਂ ਸਮੁੰਦਰ ਵਿੱਚ ਤੂਫਾਨ ਆਇਆ, ਬੇੜਾ ਲੱਗਾ ਡੁੱਬਣ, ਉਹਨੇ ਅਰਦਾਸ ਕੀਤੀ ਸੀ ਵੀ ਹੇ ਗੁਰੂ ਨਾਨਕ ਦੇ ਮਹਾਰਾਜ, ਮੈਂ ਤੁਹਾਡੇ ਘਰ ਦੀ ਮਹਿਮਾ ਸੁਣੀ ਹੈ, ਸੁਣਿਆ ਵੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਤੇ ਮੇਰੀ ਅਰਦਾਸ ਹੈ, ਬੇੜਾ ਡੁੱਬਦਾ ਜਾਂਦਾ, ਇਹਨੂੰ ਬੰਨੇ ਲਾ ਦੋ। ਤੂਫਾਨ ਰੁਕ ਗਿਆ ਗੁਰੂ, ਬੇੜਾ ਲੱਗ ਗਿਆ ਪਾਰ। ਦਸਵੰਧ ਦੀ ਮਾਇਆ ਨਾਲ ਲੈ ਲਈ, ਨਾਲੇ ਨੇ ਸੁਖਿਆ ਸੀ ਵੀ ਮੈਂ 500 ਮੋਹਰ ਚੜਾਵਾਂਗਾ। ਮਾਇਆ ਲੈ ਕੇ ਜਦੋਂ ਪਤਾ ਕੀਤਾ ਵੀ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕੌਣ ਹੈ, ਦੱਸਣ ਵਾਲਿਆਂ ਨੇ ਦੱਸਤਾ ਵੀ 8ਵੇਂ ਪਾਤਸ਼ਾਹ ਤਾਂ ਸਰੀਰ ਛੱਡ ਗਏ ਦਿੱਲੀ, ਤੇ ਉਹ ਕਹਿ ਕੇ ਗਏ ਨੇ ਵੀ ਬਕਾਲੇ ਹੈ 9ਵਾਂ ਗੁਰੂ। ਜਦੋਂ ਉੱਥੇ ਪਹੁੰਚਿਆ, ਉੱਥੇ ਹੋਣ ਵਾਲਾ ਹਾਲ ਗੁਰੂ, ਘਰ ਘਰ ਰੱਬ। ਹੁਣ ਤਾਂ ਗਿਣਤੀ ਨਹੀਂ, ਉਦੋਂ ਵੈਸੇ ਦੱਸਿਆ ਵੀ 22 ਗੁਰੂ ਬਣੇ ਬੈਠੇ। ਜਿਹਦੇ ਜਾਵੇ, ਜਦੋਂ ਹੁਣ ਦੇਖਿਆ ਵੀ ਤਕੜਾ ਵਪਾਰੀ ਆਇਆ, ਸੋਨੇ ਦੀਆਂ ਮੋਹਰਾਂ ਮੱਥਾ ਟੇਕਦਾ, ਅਸ਼ੀਰਵਾਦ ਦੇਣ, ਬੜੇ ਸਰੋਪੇ ਦੇਣ, ਪਰ ਉਹਦੇ ਮਨ 'ਚ ਇੱਕ ਗੱਲ ਸੀ ਵੀ ਗੁਰੂ ਨੇ ਬਾਹਲੇ, ਜਾਊਂਗਾ ਵੀ ਸਭ ਦੇ, ਕਿਉਂ ਐਵੇਂ ਤਾਂ ਪਤਾ ਨਹੀਂ ਲੱਗਦਾ। ਮੈਂ 500 ਮੋਹਰ ਸੁਖੀ ਹੈ, 5 ਜਾਂ 2 ਧਰੂੰਗਾ, ਜਿਹੜਾ ਸੱਚਾ ਹੋਊ ਉਹ ਮੰਗ ਕੇ ਲੈ ਲੇ। ਜੇ ਉੱਥੋਂ ਸੁਣ ਸਕਦਾ ਹੈ, ਇੱਥੇ ਕਿਉਂ ਨਹੀਂ ਸੁਣ ਸਕਦਾ। ਚਲੋ ਜੀ, ਧਰਦਾ ਗਿਆ। ਜਦੋਂ ਐ ਚੱਲਦਾ ਚੱਲਦਾ ਥੱਕ ਹਾਰ ਗਿਆ, ਕਿਸੇ ਨੇ ਅਸਲੀ ਗੱਲ ਦੱਸੀ ਨਾ ਵੀ ਉਹ ਤਾਂ ਤੂੰ 500 ਸੁਖੀ ਸੀ। ਉਦਾਸ ਹੋ ਗਿਆ ਸ਼ਾਮ ਤੱਕ। ਨਾਲ ਦੇ ਕਹਿੰਦੇ ਮੱਖਣ ਸ਼ਾਹ ਉਦਾਸ ਹੈ, ਕੀ ਗੱਲ? ਕਹਿੰਦਾ ਮੇਰੀ ਤਸੱਲੀ ਨਹੀਂ ਹੋਈ, ਕੋਈ ਹੋਰ ਵੀ ਹੈਗਾ ਗੁਰੂ? ਇੱਕ ਬਜ਼ੁਰਗ ਆਉਂਦਾ ਸੀ, ਉਹਨੂੰ ਪੁੱਛ ਲਿਆ ਵੀ ਬਜ਼ੁਰਗਾ ਇੱਥੇ ਕੋਈ ਹੋਰ ਵੀ ਗੁਰੂ ਹੈਗਾ? ਉਹ ਕਹਿੰਦਾ ਹਾਂ ਹੈਗਾ, 6ਵੇਂ ਪਾਤਸ਼ਾਹ ਦਾ ਸੁਪੁੱਤਰ, ਪਰ ਲੋਕ ਉਹਨੂੰ ਤੇਗਾ ਕਮਲਾ ਕਹਿੰਦੇ ਆ। ਆਖੋ ਸਤਨਾਮ। ਆ ਦੇਖ ਲੋ ਹਾਲ ਗੁਰੂ, ਪਤਾ ਨਹੀਂ ਦੁਨੀਆ ਕੀ ਕੁਛ ਕਹਿੰਦੀ ਹੈ। ਕਹਿੰਦੇ ਹੈਗਾ, ਭੋਰੇ ਵਿੱਚ ਸੁਣਿਆ ਮੈਂ 9ਵੇਂ ਗੁਰੂ ਰਹਿੰਦੇ ਨੇ, ਇਹ ਵੀ ਤੈਨੂੰ ਦੱਸਾਂ, ਲੋਕ ਤੇਗਾ ਕਮਲਾ ਕਹਿੰਦੇ ਨੇ। ਮੱਖਣ ਸ਼ਾਹ ਕਹਿੰਦਾ ਉੱਥੇ ਵੀ ਚੱਲਦੇ ਆ। ਜਦੋਂ ਉੱਥੇ ਗਿਆ, ਆਗਿਆ ਮਿਲ ਗਈ, ਮਾਤਾ ਜੀ ਨੂੰ ਪੁੱਛਿਆ ਵੀ ਮੈਂ ਦਰਸ਼ਨ ਕਰਨੇ ਆ, ਉਹਨਾਂ ਨੇ ਪੁੱਛ ਕੇ ਦੱਸਤਾ ਵੀ ਆ ਜਾ।
ਜਦੋਂ ਜਾ ਕੇ ਮੱਥਾ ਟੇਕਿਆ, 5 ਮੋਹਰਾਂ ਮੂਹਰੇ ਧਰ ਕੇ ਲੱਗਾ ਮੁੜਨ, ਗੁਰੂ ਤੇਗ ਬਹਾਦਰ ਜੀ ਨੇ ਬਾਂਹ ਫੜ ਲਈ। ਗੁਰੂ ਧੰਨੋ ਸਮਾਂ, ਧੰਨੋ ਘੜੀ, ਧੰਨ ਹੋਣਾ ਉਹ ਪਲ ਜਦੋਂ ਗੁਰੂ ਨੇ ਬਾਂਹ ਫੜੀ। ਗੁਰੂ ਇਹ ਦੁਨੀਆ ਤਰਸਦੀ ਹੈ, ਆਪਣੇ ਵਾਲਾ ਕੰਮ ਨਹੀਂ ਸੀ, ਆਪਾਂ ਬਾਹਾਂ ਛਡਾ ਛਡਾ ਭੱਜਦੇ ਆ। ਗੁਰੂ ਨੇ ਬਾਂਹ ਫੜ ਲਈ, ਐ ਸਰੀਰ ਕੰਬ ਗਿਆ ਸਾਰਾ। ਸਤਿਗੁਰ ਹਲੀਮੀ ਦਿਨੇ ਬੋਲੇ, ਕਹਿੰਦੇ ਮੱਖਣ ਸ਼ਾਹ ਕੀ ਗੱਲ ਭਾਈ, 5 ਮੋਹਰਾਂ ਧੜ ਕੇ ਮੁੜ ਚੱਲਿਆ। ਕਹਿੰਦਾ ਜੀ ਕੀ ਗੱਲ, ਮੈਂ ਤਾਂ ਸੁਣਿਆ ਸੀ ਵੀ ਗੁਰੂ ਮਾਇਆ ਦਾ ਭੁੱਖਾ ਨਹੀਂ ਹੁੰਦਾ। ਸਤਿਗੁਰ ਕਹਿੰਦੇ ਭੁੱਖਾ ਤਾਂ ਨਹੀਂ ਹੈਗਾ, ਪਰ ਯਾਦ ਕਰ ਜਦੋਂ ਬੇੜਾ ਡੁੱਬਦਾ ਸੀ ਉਦੋਂ ਤਾਂ ਤੂੰ ਕਹਿੰਦਾ ਸੀ 500 ਚੜਾਉਂਗਾ। ਨਾਲੇ ਤਾਂ ਇਹ ਲਾ ਲਿਆ ਮੋਢੇ ਤੋਂ ਚੋਲਾ। ਮਹਾਰਾਜ ਕਹਿੰਦੇ ਆ ਦੇਖ, ਮੋਢਾ ਲਾ ਕੇ ਤੇਰਾ ਬੇੜਾ ਪਾਰ ਕੀਤਾ ਸੀ, ਉਦੋਂ ਤਾਂ 500 ਮੋਹਰਾਂ ਸੁਖੀਆਂ ਸੀ, ਹੁਣ 5 ਹੀ ਚੜਾ ਕੇ ਮੁੜ ਚੱਲੇ ਆ, ਕੀ ਗੱਲ। ਬਸ ਲੱਗ ਗਿਆ ਜਾਰੋ ਜਾਰ ਰੋਣ। ਗੁਰਮੁਖੋ ਮਹਾਰਾਜ ਕਹਿੰਦੇ ਨੇ, ਮੋਹਰਾਂ 5 ਹੀ ਰੱਖੀਆਂ ਨੇ, ਝਾਤੀ ਮਾਰ ਮਨ ਆਪਣੇ, ਪਹਿਲਾਂ 500 ਸੁਖੀਆਂ ਨੇ, ਝਾਤੀ ਮਾਰ ਮਨ ਆਪਣੇ, ਪਹਿਲਾਂ 500 ਸੁਖੀਆਂ ਨੇ। 5 ਹੀ ਰੱਖੀਆਂ ਨੇ, ਮੋਹਰਾਂ 5 ਹੀ ਰੱਖੀਆਂ ਨੇ, ਝਾਤੀ ਮਾਰ ਮਨ ਆਪਣੇ, ਪਹਿਲਾਂ 500 ਸੁਖੀਆਂ ਨੇ। ਹਾਂ ਝਾਤੀ ਮਾਰ ਮਨ ਆਪਣੇ, ਪਹਿਲਾਂ 500 ਸੁਖੀਆਂ ਨੇ। ਕਹਿੰਦੇ ਪਹਿਲਾਂ 500 ਸੁਖੀ ਸੀ, 5 ਹੀ ਧਰ ਕੇ ਮੁੜ ਚੱਲਿਆ। ਮੱਖਣ ਸ਼ਾਹ ਰੋ ਪਿਆ, ਕਹਿੰਦਾ ਪਾਤਸ਼ਾਹ ਮੋਹਰ ਤਾਂ 500 ਹੀ ਚੜਾਉਣੀ ਹੈ, ਪਰ ਮੈਨੂੰ ਪਰਖਣਾ ਪਿਆ ਵੀ ਸੱਚਾ ਕੌਣ ਹੈ। ਕੋਠੇ ਚੜ ਕੇ ਰੌਲਾ ਪਾਉਣ ਲੱਗ ਗਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸਤਿਗੁਰ ਕਹਿੰਦੇ ਰੌਲਾ ਨਾ ਪਾਇਆ ਕਰ, ਤੈਨੂੰ ਪਤਾ ਲੱਗ ਗਿਆ, ਤੇਰੀ ਮਨ ਦੀ ਤਸੱਲੀ ਹੋ ਗਈ, ਬਸ ਆਨੰਦ ਚ ਰਹਿ। ਅਰੇ ਕਹਿੰਦਾ ਪਾਤਸ਼ਾਹ ਮੇਰੇ ਵਰਗੇ ਪਤਾ ਨਹੀਂ ਕਿੰਨੀ ਇੱਕ ਭੋਲੇ ਸਿੱਖਾਂ ਦੀ ਲੁੱਟ ਹੁੰਦੀ ਹੋਏਗੀ, ਦੱਸਣਾ ਤਾਂ ਚਾਹੀਦਾ। 500 ਮੋਹਰ ਮੱਥਾ ਟੇਕੀ, ਹੋਰ ਵੀ ਬਹੁਤ ਚੜਾਵੇ ਚੜਾਏ, ਫਿਰ ਉਹਨੇ ਕੋਠੇ ਚੜ ਕੇ ਰੌਲਾ ਪਾਇਆ, ਸੱਚਾ ਗੁਰੂ ਆ ਹੈ। ਤੇ ਤੁਹਾਨੂੰ ਵੀ ਬੇਨਤੀ ਹੈ, ਜਿਹਨੂੰ ਗਿਆਨ ਹੈਗਾ ਨਾ, ਚੁੱਪ ਨਾ ਬੈਠਿਆ ਕਰੋ। ਦੁਨੀਆ ਤਾਂ ਕਹੀ ਜਾਊ, ਬਹੁਤ ਕੁਝ ਕਹਿੰਦੀ ਹੈ, ਤੇ ਸਮੇਂ ਦੀ ਹਵਾ ਦੇਖ ਕੇ ਬਦਲਣਾ ਵੀ ਨਹੀਂ ਚਾਹੀਦਾ। ਕਈ ਲੋਕ ਤਾਂ ਲੈਂਦੇ ਆ ਮੌਕੇ ਦਾ ਲਾਹਾ, ਵੀ ਹੁਣ ਸਰਸੇ ਵਾਲਿਆਂ ਦਾ ਰੌਲਾ ਚੱਲਦਾ ਹੈ, ਚਲੋ ਉਹਨਾਂ ਵਿਰੁੱਧ ਬੋਲ ਦਿਓ। ਹੁਣ ਬਿਆਸਾਂ ਵਾਲਿਆਂ ਦਾ ਚੱਲਦਾ, ਉਹਨਾਂ ਵਿਰੁੱਧ ਬੋਲ ਦਿਓ। ਹੁਣ ਕਿਸਾਨਾਂ ਦਾ ਰੌਲਾ ਚੱਲਦਾ ਹੈ, ਉਹ ਲਾਹਾ ਲੈ ਲਓ। ਮੌਕੇ ਦਾ ਲਾਹਾ ਨਾ ਤੱਕਿਆ ਕਰੋ। ਠੀਕ ਹੈ, ਜੋ ਸੰਘਰਸ਼ ਚੱਲਦੇ ਆ ਉਹਦੇ ਬਾਰੇ ਦੱਸੋ ਜ਼ਰੂਰ, ਪਰ ਹਰ ਵੇਲੇ ਵਡਿਆਈ ਗੁਰੂ ਦੀ ਕਰਨੀ ਆ। ਆਖੋ ਸਤਨਾਮ। ਐਵੇਂ ਕਿਉਂ ਨਿੰਦਿਆ ਚੁਗਲੀ 'ਚ ਫਸੇ ਹੋਏ ਹੋ ਗੁਰੂ। ਉੱਥੇ ਬਹੁਤ ਕੁਝ ਹੋਇਆ, ਚਲੋ ਗੋਲੀ ਵੀ ਚੱਲੀ, ਮਹਾਰਾਜ ਬਚ ਗਏ, ਪਰ ਜਿਹੜਾ ਇਤਿਹਾਸ ਚੱਲਦਾ ਹੈ ਉੱਥੋਂ ਫਿਰ ਗੁਰੂ ਤੇਗ ਬਹਾਦਰ ਚੱਲੇ ਗੁਰਮੁਖ, ਯਾਤਰਾ ਕੀਤੀ ਬਹੁਤ ਦੂਰ ਤੱਕ, ਤੇ ਮਾਤਾ ਗੁਜਰ ਕੌਰ ਜੀ ਵੀ ਨਾਲ ਹੀ ਰਹੇ। ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਨੇ ਚਰਨ ਪਾਏ ਨਾ ਵਿਆਹ ਤੋਂ ਬਾਅਦ, ਮਾਤਾ ਗੁਜਰ ਕੌਰ ਜੀ ਤੇ ਮਾਮਾ ਕਿਰਪਾਲ ਚੰਦ ਮਾਤਾ ਗੁਜਰ ਕੌਰ ਜੀ ਦੇ ਭਰਾ ਨਾਲ ਹੀ ਹੁੰਦੇ ਸੀ ਹਰ ਵੇਲੇ। ਮਾਲਵੇ ਵਿੱਚ ਵੀ ਚਰਨ ਪਾਏ, ਚਲਦੇ ਚਲਦੇ ਜਾ ਪਹੁੰਚੇ ਬਿਹਾਰ ਗੁਰਮੁਖੋ, ਪਟਨਾ ਸਾਹਿਬ। ਉਦੋਂ ਪਹਿਲਾਂ ਪ੍ਰਾਗਰਾਜ ਗਏ ਸੀ। ਪ੍ਰਾਗਰਾਜ ਬਹੁਤ ਵੱਡਾ ਤੀਰਥ ਹੈ, ਇਲਾਹਾਬਾਦ ਵੀ ਉਸੇ ਨੂੰ ਕਿਹਾ ਜਾਂਦਾ ਹੈ। ਮੁਸਲਮਾਨਾਂ ਦਾ ਕਬਜ਼ਾ ਆਇਆ, ਉਹਨਾਂ ਨੇ ਨਾਮ ਅੱਲਾ ਦੇ ਨਾਂ ਤੇ ਅੱਲਾਹਾਬਾਦ ਰੱਖ ਲਿਆ। ਪਹਿਲਾਂ ਹਿੰਦੂਆਂ ਨੇ ਪ੍ਰਾਗਰਾਜ ਰੱਖਿਆ ਸੀ। ਗੰਗਾ, ਜਮਨਾ ਤੇ ਸਰਸਵਤੀ 3 ਨਦੀਆਂ ਇਕੱਠੀਆਂ ਹੁੰਦੀਆਂ। ਉੱਥੇ ਗੁਰੂ ਤੇਗ ਬਹਾਦਰ ਗਏ ਸੀ, ਤਕਰੀਬਨ 6 ਮਹੀਨੇ ਰਹੇ ਗੁਰੂ। ਪੁੰਨਦਾਨ ਵੀ ਕੀਤਾ, ਕਿਉਂਕਿ ਉੱਥੇ ਲੋਕ ਦਾਨ ਬਹੁਤ ਕਰਦੇ ਆ। ਪਤਾ ਦਾਨ ਕਿਹਦਾ? ਅਸਦਾਨ, ਗਜਦਾਨ, ਸਹਿਜਾ ਨਾਰੀ, ਭੂਮ ਦਾਨ। ਐਸੋ ਦਾਨ ਨਿਤ ਨਿਤ ਹੈ ਕੀਜੈ। ਮਹਾਰਾਜ ਕਹਿੰਦੇ ਨੇ, ਗੁਰਬਾਣੀ 'ਚ ਲਿਖਿਆ,
लोग हाथी दान करते, घोड़े दान करते, भूमि दान करते। इत्थों तक भी सिख बैठे हो, मैं तुहानू बेनती कर दिया, अपने घर वालियां भी दान कर देंदे सी। वो पता दान किवें हुंदा है? उत्थे मान लो हाथी दान करना हुंदा, हाथी दा मुੱਲ खरीद लेंदे भी फलाने कोले हाथी है, लो जी 1500 का खरीद लिया। वो पंडितां नूं फिर दान किया जाता सी। जदों दान किया जाता सी, पंडित की करदे भी लै भाई हुण तू इहनूं दोबारा खरीद। जिन्ना पंडित फिर बोली पाउंदे मुੱਲ लगदा, उन्ने पैसे दे के हाथी छड्ड दिता जांदा सी, उहनूं दोबारा बेचदे। ते नहीं तां किते उत्थे जाओ, ਜਿਹੜੇ पंडित उत्थे रहिंदे आ उन्हां दे तां घरे साइकिल भी नहीं खड़दा, हाथी कित्थों खड़ाउंदे गुरमुखो। अईं लोग जांदे अपने घर वालियां नूं लैके, आर शंगार करदे, पूरा गहणे पवाउंदे, चंगे कपड़े पवाउंदे। ਜਿਹੜੇ पंडित ते शरधा हुंदी ਉਹਨੂੰ दान कर दिंदे। बाद विच जिन्नी ਉਹ ਮੂੰਹੋਂ मंगदा सी कीमत दे के फिर ਉਹਨੂੰ वापस घरे लियाउंदे सी। ਇਹ नहीं भी ਉੱਥੇ ਛੱਡੇ ਆਉਂਦੇ ਸੀ, ਐ दान हुंदा सी। गुरु तेग बहादुर जी भी उत्थे गए, पुण्य दान बहुत किया। तो यह भी याद रखियो, उदों बाद गए गुरु गोबिंद सिंह भाई है उत्थे गए, तो उत्थों के पंडित कहते जी तुहाडे पिता गुरु तेग बहादुर आए सी, उन्होंने भी सानू दान किया, बहुत कुछ दिता, तो तुसीं भी कुछ दान करो। महाराज कहते की? वो कहते जी तुसीं सरबंस दान करो अपना। उत्थे इलाहाबाद प्रयागराज पंडित कहते जी सारा परिवार सानू दे के दोबारा खरीदो। गुरु गोबिंद सिंह कहते मैनू मंजूर नहीं हैगा, थोड़ा वचन तो पूरा करूँगा, सरबंस दान करूँगा, पर दे के वापस नहीं लऊँगा। आखो सतनाम। बहुत इतिहास वड्डा है गुरमुखो, पर दुख इस गल दा आपां पढ़ना छड्डता गुरमुखो, विचार छड्ड गए। ते सिੱਖੀ कहंदे तां हैगे, सिੱਖੀ सतगुर कहंदे सिੱਖੀ सिੱਖਿਆ गुर विचार। जे गुरु दी विचार, गुरु दी सिੱਖਿਆ तेरे पल्ले है तां सिੱਖ है, नहीं काहदा सिੱਖ है। हुण उत्थे माता गुजर कौर जी नाल सन, जदों आए पटना साहिब, इत्थे फिर साध संगत जी पोह दा महीना सी। 1666 ईस्वी दे विच गुरु गोबिंद सिंह महाराज ने माता गुजर कौर जी दी पावन कुखों अवतार धारिया सी। देखो सारी जिंदगी जिहड़ी पहला लंघी वो भी दुख तकलीफां च, महीना किते 2 महीने किते 6 महीने किते दुखी सी। थां थां जाके चुल्हे चौके बनाने, लंगर लाने। माइयां नूं पुछ लियो, जे किते किराए दा घर 5-7 वारी बदलना पै जे ना, कई समान चक्कण वेले रोंदियां, क्यों मोह पै जांदा है। किड्डा क दिल होएगा माता गुजर कौर जी दा, रोज कदे किते टिकाणा ही कोई ना। पुत्र हो गया, 7 साल फिर परिवार उत्थे रहा पटना साहिब। गुरु तेग बहादुर महाराज 7 साल बाद आके अपने पुत्र नूं मिलते हैं। उदों बाद आए आनंदपुर साहिब। आनंदपुर साहिब फिर 2 साल इकट्ठा रहा परिवार सारा। धन गुरु तेग बहादुर, माता गुजर कौर जी ते गुरु गोबिंद सिंह महाराज। उदों बाद तुहानूं पता है औरंगजेब के जुल्मां तो सताए हुए कश्मीरी पंडित आ गए, बेनती की सतगुर साडा धर्म खतरे विच है, बचाओ। गुरु तेग बहादुर जी ने उन्होंने कहता भी कोई गल नहीं भाई, गुरु का घर है, इत्थे जेड़ा भी दर ते निमरता नाल आ जाए ना, उन्होंने खाली नहीं मोड़िया जाता। ते कई निमरता नाल नहीं आउंदे, होमे दे भरे ही आउंदे। आपां किहड़ा घट हां, कह के आए होंगे मैं फलानी माता दे भोग ते चलिया, मैं जाके फिर कहांगे मैं आ गया। ये होमे साडी खैड़ा नहीं छड्डदी गुरमुख। मेरे वर्गे नहीं ये हुंदा मैं कीर्तन कीता, संगत ने बड़ा सुनिया, पर कीता नहीं जा रहा, हो रहा है ओदी किरपा नाल। गुरु तेग बहादुर साहब कहंदे पंडित जी आए हो जी आया नूं, गुरु नानक दा घर है, असीं तुहाडा धर्म बचावांगे। आखो सतनाम। पंडित तो तुर गए, जाके दिल्ली औरंगजेब नूं कहता भी कल्ले गुरु तेग बहादुर नूं मुसलमान बना लिया, असीं सारे ही बन जाएंगे। जे उन्हां नूं ना बना सके असीं भी नहीं बनना। औरंगजेब कहंदा भी मैनूं मंजूर है, क्योंकि कल्ले बंदे नूं इस्लाम च लियाउणा की औखा सी।
चलो ये शर्त ते औरंगजेब मान गया। तो इधरों गुरु तेग बहादुर महाराज माता गुजर कौर नूं मिलदे, क्योंकि धन फिर ये ना आखी है बहन इकट्ठे होए, एक जोत दोए मूर्ति धन फिर कई है सोए। पति इस्त्री वो नहीं हुंदे भी शरीरक मेल हो गया तो पति पत्नी बन गए, विचार भी एक होवे। तुहानूं लगदा है भी गुरु तेग बहादुर जी ने माता नाल सलाह नहीं कीती होनी? कीती, गल्लां बातां होईयां भी आ कुछ होऊगा। माता गुजर कौर जी कहंदे स्वामी जी तुहाडे सिर तां बाहली वड्डी जिम्मेवारी आ गई, किवें धर्म बचाओगे? शहीदी देनी पऊ। सतगुर कहंदे गुजरी मेरे सिर तां जिहड़ी जिम्मेवारी आई मैं निभा लूंगा, पर सब तो वड्डी जिम्मेवारी तां हुण तेरे ते आ गई। आखो सतनाम, तेरे ते आ गई जिम्मेवारी। कहने मैं चलिया, याद रखी आ 9 साल का पुत्र है, ਇਹਦੀ शादी छेती कर दिओ। ਇਹਨੇ ਤੇ ਇਹਦੇ ਬੱਚਿਆਂ ਨੇ ਉਹ ਕਾਰਜ ਕਰਨੇ ਆ ਜਿਹੜੇ ਨਾ ਤਾਂ ਕਿਸੇ ਨੇ ਹੁਣ ਤੱਕ ਕੀਤੇ ਤੇ ਨਾ ਹੀ ਕੋਈ ਅੱਗੇ ਨੂੰ ਕਰੇ। ਗੁਰੂ ਬੀਬੀਓ ਮਨਾਂ 'ਚ ਝਾਤੀ ਮਾਰਿਓ, 9 ਸਾਲ ਦਾ ਪੁੱਤ ਹੋਵੇ ਤੇ ਦਿੱਲੀ ਦੀ ਸਰਕਾਰ ਨਾਲ ਟੱਕਰ ਪੈ ਜੇ, ਪਤੀ ਕਹਿ ਕੇ ਚੱਲੇ ਵੀ ਹੁਣ ਮੈਂ ਸ਼ਹੀਦੀ ਦੇਣ ਚੱਲਿਆ, ਉਹਦੇ ਮਨ ਤੇ ਕੀ ਬੀਤੀ ਹੋਣੀ ਹੈ। ਇੱਥੇ ਮਾਈਆਂ ਰੋ ਰੋ ਕਮਲੀਆਂ ਹੋ ਜਾਂਦੀਆਂ ਜੇ ਘਰ ਵਾਲੇ ਦੀ ਮੌਤ ਹੋ ਜੇ ਗੁਰੂ, ਪਰ ਉਹ ਮਾਤਾ ਨੇ ਅੱਖ ਚੋਂ ਹੰਝੂ ਨਹੀਂ ਕੇਰਿਆ। ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ। ਤੁਰਨ ਵੇਲੇ ਮਾਤਾ ਗੁਜਰ ਕੌਰ ਨੇ ਕਿਹਾ ਸੀ स्वामी जी ਤੁਸੀਂ ਧਰਮ ਹਿੱਤ ਕੁਰਬਾਨੀ ਦੇਣ ਚੱਲਿਓ, ਮੇਰਾ ਵਾਅਦਾ ਹੈ ਮਰਦੇ ਦਮ ਤੱਕ ਪਰਿਵਾਰ ਦੇ ਇੱਕ ਵੀ ਮੈਂਬਰ ਨੂੰ ਮੈਂ ਧਰਮ ਤੋਂ ਡੋਲਣ ਨਹੀਂ ਦਿਆਂਗੀ। ਤੇ ਦਿੱਤਾ ਵੀ ਨਹੀਂ ਗੁਰੂ। ਕਿੱਡਾ ਕੁ ਵੱਡਾ ਦਿਲ ਹੋਊ ਜਦੋਂ ਭਾਈ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਐ ਦਿੱਲੀ ਤੋਂ ਕੱਲਾ ਸੀਸ ਛਾਤੀ ਨਾਲ ਲਿਆ ਕੇ ਲਾ ਕੇ ਲਿਆਏ ਗੁਰੂ। ਤੇ ਮਾਤਾ ਗੁਜਰ ਕੌਰ ਜੀ ਨੇ ਆਪਣੇ ਪਤੀ ਦੇ ਕੱਲੇ ਸੀਸ ਨੂੰ ਵੇਖਿਆ ਹੋਏਗਾ, ਦਰਸ਼ਨ ਕੀਤੇ, 4 ਪ੍ਰਕਰਮਾ ਕਰਕੇ ਅਰਦਾਸ ਪਤਾ ਕੀ ਕੀਤੀ ਸੀ? ਇਹ ਨਹੀਂ ਕਿਹਾ ਵੀ ਘਰ 'ਚ ਸੁੱਖ ਰਵੇ ਜਾਂ ਪੁੱਤ ਰਾਜੀ ਰਵੇ। ਅਰਦਾਸ ਇਹ ਕੀਤੀ ਸੀ, ਪਤੀ ਦੇਵ ਜਿਵੇਂ ਤੁਸੀਂ ਧਰਮ ਵਿੱਚ ਲੱਗੀ ਨਿਭਾ ਗਏ ਹੋ, ਸਾਨੂੰ ਵੀ ਨਿਭਾਉਣ ਦਾ ਬਲ ਬਖਸ਼ਿਓ। 9 ਸਾਲ ਦਾ ਪੁੱਤਰ ਗੋਬਿੰਦ ਰਾਏ ਪਿਤਾ ਦੇ ਸੀਸ ਦੇ ਦਰਸ਼ਨ ਕਰਦਾ ਹੈ, ਅੱਖ 'ਚੋਂ ਹੰਝੂ ਹੀ ਨਹੀਂ ਕੇਰੀ ਗੁਰਮੁਖੋ। ਸੰਸਕਾਰ ਹੋ ਗਿਆ। ਪਹਿਲਾਂ ਤਾਂ ਦੇਖੋ ਪੁੱਤ ਨੂੰ ਪਾਲਿਆ। ਤੁਹਾਨੂੰ ਪਤਾ ਹੀ ਹੈ ਅਨੰਦਪੁਰ ਸਾਹਿਬ ਕਿਹੜਾ ਸੁੱਖ ਰਿਹਾ, ਜੰਗ ਯੁੱਧ ਹੁੰਦੇ ਰਹੇ। 13 ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਰਹਿੰਦਿਆਂ ਹੀ ਲੜੇ। ਗੁਰਮੁਖ ਕੀ ਹੋਇਆ ਜੇ ਭੰਗਾਣੀ ਸਾਹਿਬ ਚਲੇ ਗਏ, ਉਧਰ ਪੌਂਟਾ ਸਾਹਿਬ ਆਏ ਤਾਂ ਉਦੋਂ ਅਨੰਦਪੁਰ ਸਾਹਿਬ ਹੀ ਆ, ਮੁੜ ਕੇ ਇੱਥੇ ਹੀ ਰਹਿੰਦੇ ਸੀ। ਅਨੰਦਪੁਰ ਸਾਹਿਬ ਜ਼ਿਆਦਾਤਰ ਜੰਗਾਂ ਯੁੱਧਾਂ ਦਾ ਸਮਾਂ ਰਿਹਾ। ਵਿਆਹ ਸ਼ਾਦੀ ਵੀ ਗੁਰੂ ਜੀ ਦੇ ਹੋਏ, 2 ਵਿਆਹ ਹੋਏ। 4 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਜੁਝਾਰ ਸਿੰਘ ਹੋਏ। ਪਹਿਲਾਂ ਪੁੱਤ ਨੂੰ ਮਸਾਂ ਪਾਲਿਆ, ਜਦੋਂ ਘਰ 'ਚ ਪੋਤਰੇ ਹੋਏ ਗੁਰਮੁਖੋ। ਫਤਿਹ ਸਿੰਘ ਨਾ ਪੌਣੇ 3 ਸਾਲ ਦਾ ਸੀ, ਉਦੋਂ ਮਾਤਾ ਜੀਤੋ ਜੀ ਗੁਰੂ ਤੇਗ ਬਹਾਦਰ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੇ ਘਰ ਵਾਲੀ, ਉਹਨਾਂ ਨੇ ਸਰੀਰ ਛੱਡਤਾ। ਸਰੀਰ ਛੱਡਣ ਤੋਂ ਪਹਿਲਾਂ ਆਪਣੇ ਬੱਚੇ ਫਤਿਹ ਸਿੰਘ ਨੂੰ ਮਾਤਾ ਗੁਜਰ ਕੌਰ ਦੀ ਗੋਦ 'ਚ ਪਾਤਾ ਮਾਤਾ ਜੀਤੋ ਨੇ। ਕਹਿੰਦੀ ਮਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ, ਮੈਨੂੰ ਪਤਾ ਲੱਗ ਗਿਆ ਭਜਨ ਕਰਨ ਕਰਕੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰਾ ਕੁਝ ਹੋਣਾ ਹੈ, ਮੈਥੋਂ ਇਹ ਸਮਾਂ ਵੇਖਿਆ ਨਹੀਂ ਜਾਣਾ, ਮੈਂ ਤਾਂ ਸੱਚਖੰਡ ਚੱਲੀ ਆ। ਤੇ ਅੱਜ ਤੋਂ ਬਾਅਦ ਇਹਨਾਂ ਲਾਲਾਂ ਨੂੰ ਸੰਭਾਲਿਓ ਤੁਸੀਂ। ਤੇ ਮਾਤਾ ਗੁਜਰ ਕੌਰ ਨੇ ਉਦੋਂ ਵੀ ਕਿਹਾ ਸੀ ਧੀਏ ਮੈਂ ਇਹਨਾਂ ਨੂੰ ਧਰਮ ਤੋਂ ਡੋਲਣ ਨਹੀਂ ਦੇਣਾ। ਮਾਤਾ ਜੀਤੋ ਜੀ ਤਾਂ ਸਰੀਰ ਛੱਡ ਗਏ। ਉਦੋਂ ਬਾਅਦ ਫਿਰ ਬੱਚੇ ਰੋਣ, ਕਿਉਂਕਿ ਬੱਚੇ ਤਾਂ ਬੱਚੇ ਸੀ। ਫਤਿਹ ਸਿੰਘ ਛੋਟਾ ਸੀ ਨਾ ਜਿਹੜਾ ਸਾਹਿਬਜ਼ਾਦਾ, ਪੌਣੇ 3 ਸਾਲ ਦਾ। ਮੇਰੀ ਮਾਂ ਨਹੀਂ ਰਹੀ, ਰੋਵੇ। ਤੇ ਮਾਤਾ ਗੁਜਰ ਕੌਰ ਨੇ ਛਾਤੀ ਨਾਲ ਲਾ ਕੇ ਕਿਹਾ ਸੀ ਬੱਚਿਓ ਕੀ ਹੋਇਆ ਜੇ ਤੁਹਾਡੀ ਮਾਂ ਨਹੀਂ ਰਹੀ, ਮੈਂ ਵੀ ਤੁਹਾਡੀ ਮਾਂ ਹੀ ਆ। ਮੇਰਾ ਵਾਅਦਾ ਹੈ ਮੈਂ ਮਰਦੇ ਦਮ ਤੱਕ ਤੁਹਾਡਾ ਸਾਥ ਨਹੀਂ ਛੱਡਾਂਗੀ।
ਨਿਭਾਇਆ ਵੀ ਗੁਰਮੁਖ, ਉਹਨਾਂ ਨੂੰ ਵੀ ਪਾਲਿਆ। ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪੈ ਗਿਆ, ਪਰਿਵਾਰ ਵਿਛੋੜਾ ਪੈ ਗਿਆ। ਉਹ ਫਿਰ ਸਰਹੰਦ ਤੱਕ, ਹੁਣ ਆਪਾਂ ਨੂੰ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਸਰਹੰਦ ਤੱਕ ਨਾਲ ਗਏ ਗੁਰੂ। ਬੜੇ ਲਾਲਚ ਵੀ ਦਿੱਤੇ, ਤਸੀਹੇ ਵੀ ਦਿੱਤੇ। ਸਾਹਿਬਜ਼ਾਦਿਆਂ ਦੇ ਹੱਥਾਂ ਤੇ ਨਾ ਅੱਗ ਦੇ ਕੋਲੇ ਰੱਖੇ ਅੰਗਿਆਰ, ਤੇ ਮਾਤਾ ਜੀ ਨੇ ਵੇਖਣਾ, ਹਾਏ ਮੇਰੇ ਲਾਡਲੇ ਜਲਾਦ ਕੋਲੋਂ ਆਏ ਨੇ, ਅੱਗ ਦੇ ਪਲੀਤੇ ਕਿਹਨੇ ਹੱਥਾਂ ਉੱਤੇ ਲਾਏ ਨੇ। ਕਹਿੰਦੀ ਪੁੱਤਰੋ ਯਾਦ ਰੱਖਿਓ, ਤੁਹਾਡੇ ਦਾਦਾ ਜੀ ਦਾ ਹੁਕਮ ਹੈ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਏ, ਧਰਮ ਨਾ ਛੱਡ ਦਿਓ ਕਿਤੇ। ਹਾਲਾਂਕਿ ਜਲਾਦ ਕਹਿੰਦੇ ਸੀ, ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਰਹੇ ਸੀ ਨਾ, ਭੱਜ ਕੇ ਗਿਆ ਗਾਰੇ ਦੇ ਬਹਾਨੇ ਮਜ਼ਦੂਰ। ਕਹਿੰਦਾ ਮਾਂ, ਸਾਰੇ ਪਰਿਵਾਰ 'ਚੋਂ ਆਖਰੀ ਨਿਸ਼ਾਨੀ ਰਹਿੰਦੀ ਹੈ ਛੋਟੇ ਸਾਹਿਬਜ਼ਾਦੇ, ਜੇ ਬਚਾ ਸਕਦੀ ਹੈ ਜਾ ਕੇ ਬਚਾ ਲੈ। ਤੇ ਮਾਤਾ ਗੁਜਰੀ ਨੇ ਮੋੜ ਜਵਾਬ ਦਿੱਤਾ, ਮੇਰਾ ਨਾਂ ਗੁਜਰੀ, ਮੇਰੀ ਅੱਲ ਗੁਜਰੀ। ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ ਸ਼ਹੀਦੀ ਹੋਣ ਵਾਸਤੇ, ਪਹਿਲਾਂ ਪਤੀ ਤੋਰਿਆ, ਕਹਿੰਦੇ ਪਹਿਲਾਂ ਪਤੀ ਦਿੱਤਾ, ਫੇਰ ਆ ਪੋਤੇ ਦਿੱਤੇ। ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਝੱਲ ਗੁਜਰੀ। ਆਪਾਂ ਝੱਲਦੇ ਨਹੀਂ। ਕਈ ਕਹਿਣਗੇ ਜੀ ਭਜਨ ਕਰੀਦਾ, ਨਾਮ ਵੀ ਜਪੀਦਾ, ਫਿਰ ਵੀ ਦੁੱਖ ਹੈ। ਉਹ ਦੁੱਖ ਤਾਂ ਸਾਰਿਆਂ ਤੇ ਆਏ ਨੇ। ਫਿਰ ਗੁਰੂ ਸਾਹਿਬ ਬਦਲ ਜਾਂਦੇ, ਮਾਤਾ ਗੁਜਰ ਕੌਰ ਜੀ ਜਾਂ ਸਾਹਿਬਜ਼ਾਦੇ ਬਦਲ ਜਾਂਦੇ, ਫਿਰ ਆ ਸਤਕਾਰ ਨਹੀਂ ਸੀ ਹੋਣਾ। ਇਹ ਤਾਂ ਭਾਈ ਦੁੱਖ ਸੁੱਖ ਵੀ ਆਉਣਗੇ, ਚੰਗੇ ਮਾੜੇ ਸਮੇਂ ਵੀ ਆਉਣਗੇ, ਬਸ ਆਪਣੇ ਧਰਮ ਤੋਂ ਨਹੀਂ ਟੁੱਟਣਾ। ਧੰਨ ਮਾਤਾ ਗੁਜਰ ਕੌਰ ਜੀ ਨੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਉਦੋਂ ਬਾਅਦ 13 ਪੋਹ ਨੂੰ ਸਰਹੰਦ ਦੇ ਵਿੱਚ 1705 ਦਾ ਜ਼ਿਕਰ ਹੈ। ਉੱਥੇ ਫਿਰ ਗੁਰਮੁਖ ਪਿਆਰਿਓ ਆਪਣਾ ਸਰੀਰ ਛੱਡਿਆ ਸੀ। 85 ਸਾਲ ਦੀ ਉਮਰ ਭੋਗੀ, ਕਦੇ ਅੱਖ ਚੋਂ ਹੰਝੂ ਨਹੀਂ ਸੀ ਘੇਰਿਆ, ਕਦੇ ਵੀ। ਤੇ ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਇਹੀ ਕਿਹਾ, ਨਾਮ ਜਪੋ, ਧਰਮ ਕਰੋ, ਸਿਮਰਨ ਕਰੋ, ਤਾਂ ਅੱਜ ਉਹਦਾ ਨਾਂ ਹੈ। ਸੋ ਲਓ ਸਮਾਂ ਇਜਾਜ਼ਤ ਨਹੀਂ ਦਿੰਦਾ। ਜੀ ਤਾਂ ਕਰਦਾ ਸੀ ਹੋਰ ਸੁਣਾਵਾਂ, ਬੜੇ ਪਿਆਰ ਨਾਲ ਤੁਸੀਂ ਸਜੇ ਹੋ, ਪਰ ਸਮੇਂ ਦੀ ਨਜਾਕਤ ਨੂੰ ਵੀ ਸਮਝਣਾ। ਕੁਛ ਨਗਰ ਵਿੱਚ ਹੋਰ ਵੀ ਪ੍ਰੋਗਰਾਮ ਹੈ। ਚਲੋ ਆਪਾਂ ਇੱਥੇ ਹੀ ਹੁਣ ਸਮਾਪਤੀ ਕਰਦੇ ਹਾਂ। ਮੇਰੇ ਵੱਲੋਂ ਵਿਚਾਰਾਂ ਕਰਦਿਆਂ ਕੋਈ ਭੁੱਲ ਹੋ ਗਈ ਹੋਵੇ, ਕਿਉਂਕਿ ਕਈ ਵਾਰੀ ਜ਼ੁਬਾਨ ਉਲਟ ਜਾਂਦੀ ਹੈ। ਮੈਂ ਵੀ ਤੁਹਾਡਾ ਬੱਚਾ ਹੀ ਹਾਂ ਭਾਈ, ਤਾਂ ਮੈਨੂੰ ਮਾਫੀ ਦਿਓ। ਸਾਰੀ ਸੰਗਤ ਦਾ ਵੀ ਧੰਨਵਾਦ, ਕੋਟਾਨ ਕੋਟਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਆਨੰਦ ਮਾਣਿਆ। ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਸੁਰਤੀ ਬਿਰਤੀ ਗੁਰੂ ਵਾਲੇ ਪਾਸੇ ਜੁੜੀ ਰਹੇ ਭਾਈ।